ਵੀ ਮਲਵਈ ਗਿੱਧਾ ਜਦੋਂ ਤੋਂ ਮੁਲਤਾਨ ਤੋਂ ਆਇਆ ਹੈ ਤੇ ਮੁਲਤਾਨ ਚ ਸਭ ਤੋਂ ਪਹਿਲਾਂ ਬਿਲਕੁਲ ਮੁਲਤਾਨ ਤੋਂ ਪੰਜਾਬ ਚ ਆਇਆ ਸੀਗਾ ਇਹ ਦੁਆਬੇ ਚ ਪਰ ਦੁਆਬੇ ਵਾਲਿਆਂ ਨੂੰ ਸਾਂਭਿਆ ਮਲਵਈਆਂ ਨੇ ਇਸੇ ਕਰਕੇ ਇਹਦਾ ਨਾਮ ਮਲਵਈ ਗਿੱਧਾ ਨਹੀਂ ਸੀਗਾ, ਮਰਦਾਂ ਦਾ ਗਿੱਧਾ ਜਾਂ ਬਾਬਿਆਂ ਦਾ ਗਿੱਧਾ ਸੀ। ਕੁਕੀ ਨੇ ਛੱਡਿਆ ਪਹੇ ਦੇ ਵਿੱਚ ਪਾਣੀ, ਘੱਗਰੇ ਦੀ ਲੌਣ ਭਿੱਜ ਗਈ। ਕੀਨੇ ਛੱਡੇ ਇਧਰਲੇ ਕਹਿੰਦੇ ਕੀਨੇ ਛੱਡਿਆ ਪਹੇ ਦੇ ਵਿੱਚ ਪਾਣੀ, ਉਹ ਦੂਜੀ ਲਾਈਨ ਇਹਦਾ ਫਿਰ ਲਹਿਰੀਆ ਬਣ ਕੇ ਗਿੱਧਾ ਹੋਰ ਵੀ ਸਵਾਦਲਾ ਤੇ ਗੀਤ ਟਾਈਪ ਬਣ ਜਾਂਦਾ ਸੀ। ਪੁਰਾਣੇ ਗੀਤਕਾਰ ਸਾਰੇ ਸੀ, ਗੱਲ ਨੂੰ ਬਿੰਗੇਟੇ ਢੰਗ ਨਾਲ ਕਹਿ ਸਭ ਕੁਝ ਜਾਂਦੇ ਸੀ ਬਿਲਕੁਲ, ਪਰ ਐ ਨਹੀਂ ਕਿ 16-15 ਸਾਲ ਦੇ ਜਵਾਕ ਨੂੰ ਸਮਝ ਆ ਜਾਵੇ ਵੀ ਕਹਿ ਕੀ ਗਿਆ। ਸਮਝਦਾਰੀ ਸਮਝ ਰਮਜਾਨ ਸਮਝਣ ਵਾਲੀ ਗੱਲ ਹੋਈ। ਪਰ ਹੁਣ ਕੀ ਹੈ, ਹੁਣ ਤਾਂ ਗੀਤ ਐ ਲਿਖ ਦਿੰਦੇ ਆ, ਕਾਲ ਦੇ ਮੂਹਰੇ ਤੁਰੀ ਜਾਂਦੀ ਦੀ ਬਾਹ ਫੜ ਜਿਹੜੀ ਗਿੱਧਾ ਨਾ ਪਾਉ ਰਨ ਬਾਬੇ ਦੀ ਗਿੱਧਾ ਚਕਾਉਣ ਦੀ ਖਾਤਰ ਬੋਲੀ ਬੋਲਦਾ ਸੀ। ਅਸੀਂ ਤਾਂ ਐਂ ਚ ਕਰ ਲੈਂਦੇ ਸੀ ਜੀ, ਕਿਉਂ ਉਧਰੋਂ ਜੋਸ਼ ਭਰਦਾ, ਦੂਜੇ ਪਾਸੇ ਜੋਸ਼ ਭਰਦਾ, ਗਿੱਧਾ ਸਵਾਨਾ ਗਲਤ ਕਲਚਰ ਦੀ ਲੱਚਰਵਾਦੀ ਉਹ ਆ ਹੀ ਨਹੀਂ ਸਕਦੀ। ਕਿਉਂਕਿ ਹਰ ਵੀਰ ਕਿਸੇ ਭੈਣ ਦਾ ਭਰਾ ਹੈ। ਬਿਲਕੁਲ, ਹਰ ਵੀਰ ਦੀ ਕੋਈ ਭੈਣ ਨੱਚ ਰਹੀ ਹੈ ਦੂਰੋਂ ਨੇੜੇ, ਉੱਥੇ ਲੱਚਰਤਾ ਬਾਰੇ ਸੋਚਿਆ ਵੀ ਨਹੀਂ, ਜੇ ਹੈ ਸਗੋਂ ਮਿਟ ਜਾਂਦੀ ਸੀ। ਸਰਖਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਰੂਬਰੂ ਹੁੰਨਾ ਵਾ। ਗੱਲ ਕਰਦੇ ਆਂਗੇ ਕਲਾ ਦੀ। ਕਲਾ ਇੱਕ ਵਾਹਿਗੁਰੂ ਵੱਲੋਂ ਅਜਿਹਾ ਬਖਸ਼ਿਆ ਹੋਇਆ ਧਾਣਾ ਜਿਹੜਾ ਕਿ ਕਦੇ ਕੋਈ ਖੋ ਨਹੀਂ ਸਕਦਾ ਤੇ ਹਮੇਸ਼ਾ ਮਨੁੱਖ ਦੇ ਨਾਲ ਰਹਿੰਦਾਗਾ। ਗੱਲ ਕਰਾਂਗੇ ਅੱਜ ਮਲਵਈ ਗਿੱਧੇ ਦੀ, ਜਿਹੜਾ ਕਿ ਵਿਸਰਦਾ ਅੱਜ ਕੋਈ ਹੋਰ ਰੂਪ ਧਾਰਨ ਕਰ ਗਿਆ। ਸਾਡੇ ਨਾਲ ਮੌਜੂਦ ਨੇ ਉਸਤਾਦ ਗੁਰਨਾਮ ਸਿੰਘ ਸਿੱਧੂ, ਜਿਨ੍ਹਾਂ ਨੇ ਮਲਵਈ ਗਿੱਧੇ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਤੇ ਕਈ ਟੀਮਾਂ ਤਿਆਰ ਕਰੀਆਂ ਨੇ। ਅੱਜ ਬਕਾਇਦਾ ਇੱਕ ਆਪਣਾ ਸਕੂਲ ਚਲਾ ਰਹੇ ਨੇ ਤੇ ਮਾਸਟਰ ਰਿਟਾਇਰ ਹੋਏ ਨੇ। ਗੱਲਬਾਤ ਕਰਦੇ ਆ। ਗੁਰਨਾਮ ਸਿੰਘ ਜੀ, ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਕੀ ਲੱਗਦਾ ਜੀ ਤੁਹਾਨੂੰ, ਜਿਹੜਾ ਕਲਾ ਹੀ ਇੱਕ ਉਹ ਰੱਬ ਵੱਲੋਂ ਬਖਸ਼ਿਆ ਹੋਇਆ ਐਸਾ ਧਾਣਾ ਜਿਹੜਾ ਕਦੇ ਨਹੀਂ ਦੂਰ ਹੁੰਦਾ, ਪਰ ਅੱਜ ਜਿਹੜਾ ਮਲਵਈ ਗਿੱਧਾ ਕੁਝ ਹੋਰ ਰੂਪ ਧਾਰ ਗਿਆ ਜੀ, ਇਸ ਨੂੰ ਕਿਵੇਂ ਦੇਖਦੇ ਹੋ? ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਚਾਹੂੰ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੀ ਕਲਾ ਹੈ ਇਹ ਜੇ ਆਪਾਂ ਕਹਿੰਦੇ ਕੋਈ ਸਿਖਾ ਦੂ, ਕੋਈ ਦੇ ਦੂ, ਇਸ ਤਰ੍ਹਾਂ ਦਿੱਤੀ ਜਾਂਦੀ। ਠੀਕ ਹੈ, ਉਸਤਾਦ ਇਹਦੇ 'ਚ ਵੀ ਮੰਨਦੇ ਆ, ਪਰ ਉਸਤਾਦ ਵੀ ਉਸੇ ਨੂੰ ਕੁਛ ਗੁਰ ਦੇ ਸਕਦਾ ਹੈ ਜਿਹਦੇ ਵਿੱਚ ਪਰਮਾਤਮਾ ਦੀ ਕੋਈ ਦੇਣ ਹੈ ਜੀ। ਜਿਹਨੂੰ ਪਹਿਲਾਂ ਦੇਣ ਨਹੀਂ, ਉਹਨੂੰ ਆਪਾਂ ਕਿੰਨਾ ਵੀ ਜ਼ੋਰ ਲਾਈਏ ਆਪਾਂ ਕੁਛ ਸਿਖਾ ਨਹੀਂ ਸਕਦੇ ਜੀ। ਮੈਂ ਵੇਖਿਆ ਬਹੁਤ ਸਾਰੇ ਬੰਦੇ ਵੀ ਜੇ ਉਹਨੂੰ ਤੁੰਬੀ ਸਿਖਾਉਣ ਲੱਗ ਜੇ ਉਹ ਸੌਰੀ ਨਹੀਂ ਫੜ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ। ਬਿਲਕੁਲ, ਪਰ ਕਈ ਹੁੰਦੇ ਆ ਵੀ ਥੋੜ੍ਹੀ ਜਾਂਚ ਦੱਸਣੀ, ਬਾਕੀ ਉਹਨੂੰ ਆਪਣੇ ਆਪ ਹੀ ਆਉਂਦਾ ਜੀ। ਕਲਾ ਕੋਈ ਵੀ ਹੈ, ਕਿਸੇ ਵੀ ਬੰਦੇ ਦੇ ਵਿੱਚ ਇਹ ਪਰਮਾਤਮਾ ਦੀ ਦੇਣ ਹੈ। ਸਿਰਫ ਜਿਹੜੇ ਉਸਤਾਦ ਹੈ ਜਾਂ ਜਿਹੜੇ ਟੀਚਰ ਲੋਕ ਆ ਉਹ ਤੈਨੂੰ ਉਭਾਰਦੇ ਆ ਜੀ, ਕਲਾ ਨੂੰ ਉਭਾਰ ਸਕਦੇ ਆ, ਦੇ ਨਹੀਂ ਸਕਦੇ ਜੀ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਮਲਵਈ ਗਿੱਧੇ ਦੀ ਜੀ, ਮਲਵਈ ਗਿੱਧਾ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਲਗਭਗ ਇਹ ਕਹਿ ਲਓ ਕਿ ਮੈਂ 1970-71 'ਚ ਆਪ ਗਿੱਧਾ ਪਾਉਣਾ ਸ਼ੁਰੂ ਕੀਤਾ ਸੀ ਜੀ। ਪਰ ਉਸ ਸਮੇਂ ਦੇ ਤੇ ਅੱਜ ਦੇ ਗਿੱਧੇ ਦੇ ਵਿੱਚ ਬੜਾ ਅੰਤਰ ਆ ਗਿਆ ਜੀ। ਇੱਕ ਤਾਂ ਉਸ ਸਮੇਂ ਗਿੱਧਾ ਸੀ ਕਿ ਜਿੰਨਾ ਟਾਈਮ ਵੱਧ ਲੱਗੇ, ਜਿੰਨਾ ਮੇਲਾ ਨੱਚੀ ਜਾਣ ਉਨਾ ਹੀ ਗਿੱਧਾ ਪਾਈ ਜਾਣ, ਸਾਰੀ ਰਾਤ ਲੰਘ ਜਾਂਦੀ ਸੀ। ਅੱਜ ਬੇਰੁਜ਼ਗਾਰੀ ਨੂੰ ਮੁੱਖ ਰੱਖ ਕੇ ਭਾਵੇਂ ਇਹ ਰੁਜ਼ਗਾਰ ਦਾ ਸਾਧਨ ਹੀ ਅਪਣਾ ਲਿਆ, ਪਰ ਟਾਈਮ ਦੀ ਬੜੀ ਲਿਮਟ ਹੈ। ਬੱਚੇ ਘੰਟਾ ਲਾ ਕੇ, ਅੱਧਾ ਘੰਟਾ ਲਾ ਕੇ ਹੰਭ ਜਾਂਦੇ ਆ, ਕਹਿੰਦੇ ਬਸ ਹੀ ਬਸ, ਇਸ ਤੋਂ ਬਾਅਦ ਅਸੀਂ ਟਾਈਮ ਲਾ ਨਹੀਂ ਸਕਦੇ। ਇਹ ਚੇਂਜਸ ਆਈਆਂ ਹੌਲੀ ਹੌਲੀ, ਬਹੁਤ ਲੰਬੇ ਸਮੇਂ 'ਚ। 71 ਤੋਂ ਲੈ ਕੇ ਦੇਖ ਲਓ ਹੁਣ 21 ਆ ਗਿਆ। 50 ਸਾਲ ਦੀ ਗੱਲ ਤਾਂ ਮੈਂ ਹੀ ਕਰ ਰਿਹਾ ਜੀ। ਇਸ ਤੋਂ ਪਹਿਲਾਂ ਵੀ ਸਾਡੇ ਉਸਤਾਦ ਸੀ ਸਰਦਾਰ ਲੋਪੋ ਵਾਲੇ, ਕਰਤਾਰ ਸਿੰਘ ਲੋਪੋ, ਬੜੇ ਮਸ਼ਹੂਰ ਰਹੇ ਆ। ਖੁਦ ਬੋਲੀਆਂ ਲਿਖਦੇ ਸੀ, ਖੁਦ ਆਪਦੇ ਚੇਲੇ ਬਾਲਕਾਂ ਦੇ ਨਾਲ ਮੇਲਿਆਂ 'ਤੇ ਬੜਾ ਲੰਬਾ ਸਮਾਂ ਉਹਨਾਂ ਨੇ ਕੰਪੀਟੀਸ਼ਨ ਬੋਲੀਆਂ ਪਾਈਆਂ ਜੀ। ਜਿੱਥੋਂ ਤੱਕ ਸਾਡੇ ਪੁਰਾਣੇ ਵਿਰਸੇ ਦੀ ਗੱਲ ਸੀ, ਉਹਦੇ ਵਿੱਚ ਇੱਕ ਤਾਂ ਇਹ ਸੀ ਵੀ ਪੈਸੇ ਨੂੰ ਤਰਜੀਹ ਨਹੀਂ ਸੀ, ਕਲਾ ਨੂੰ ਤੇ ਸ਼ੌਂਕ ਨੂੰ ਤਰਜੀਹ ਦਿੱਤੀ ਜਾਂਦੀ ਜੀ। ਅਸੀਂ ਜਿੰਨਾ ਵੀ ਗਿੱਧਾ ਪਾਇਆ, ਸਰਦਾਰ ਗੁਰਦੱਤ ਸਿੰਘ ਜੀ ਹੁੰਦੇ ਸੀ ਮੇਰੇ ਨਾਲ ਜੀ, ਅਸੀਂ ਸ਼ੌਂਕ ਦੇ ਆਧਾਰ 'ਤੇ ਗਿੱਧਾ ਪਾਇਆ ਸੀ ਉਦੋਂ ਤੱਕ। ਬਿਲਕੁਲ, ਕਿਸੇ ਨੇ ਸਿੱਧਾ ਪੱਤਰ ਦੇ ਦੇਣਾ, ਬਸ ਚਾਹ ਚੜ ਜਾਂਦਾ ਵੀ ਅੱਜ ਫਲਾਣੇ ਦੇ ਨਾਨਕਾ ਮੇਰੇ ਜੇ ਤਕੜਾ ਆਇਆ ਉਹ ਫਿਰ ਸੂਤਾ। ਬਿਲਕੁਲ। ਇੱਕ ਦੂਜਾ, ਇਸ ਨੂੰ ਅਸੀਂ
ਲੱਚਰਤਾ ਵੱਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੀ ਉਮਰ ਜੀ। ਕਿਉਂਕਿ ਉਸਤਾਦ ਨੇ ਵੀ ਲੱਚਰਤਾ ਬਹੁਤ ਘੱਟ ਬੋਲਦਾ ਰਿਹਾ। ਠੀਕ ਹੈ, ਟਾਮੀ ਟੱਲੀ ਕੋਈ ਛੜੇ ਛਪੇ ਬੋਲੀ ਪਾ ਦਿੰਦੇ ਆਪਾਂ, ਮੁੰਡੇ ਖੁੰਡੇ ਕਹਿੰਦੇ, ਪਰ ਨਹੀਂ ਜ਼ਿਆਦਾ ਨਹੀਂ ਕਿ ਸਾਰੇ ਰਾਤ ਇਹੋ ਜਿਹਾ ਕੁਝ ਚੱਲੀ ਜਾਵੇ। ਅਸੀਂ ਹਰ ਗਿੱਧਾ ਜਦੋਂ ਸ਼ੁਰੂ ਕਰਦੇ ਸੀ ਤਾਂ ਧਾਰਮਿਕ ਬੋਲੀਆਂ ਨਾਲ ਸ਼ੁਰੂ ਕਰਦੇ ਜੀ, ਕਿਉਂਕਿ ਧਾਰਮਿਕ ਬੋਲੀ ਪੈਣ ਦੇ ਨਾਲ ਪਰਮਾਤਮਾ ਦਾ ਨਾਮ ਵੀ ਲੈਣਾ। ਬਿਲਕੁਲ। ਜਿਵੇਂ ਮੈਂ ਤੁਹਾਨੂੰ ਇੱਕ ਬੋਲੀ ਸੁਣਾ ਵੀ ਦਿੰਦਾ। ਜ਼ਰੂਰ। ਅਸੀਂ ਬੋਲੀ ਪਾਉਣਾ ਸੀ, ਹੋ ਕਰ ਕਰ ਦੇ ਵਿੱਚ ਹੁੰਦੀ ਰੋਸ਼ਨੀ, ਚੰਨ ਪੁੰਨਿਆ ਦਾ ਚੜਿਆ, ਕੰਨ ਖੋਲ ਕੇ ਸੁਣ ਲੋ ਬਾਬੇ ਨਾਨਕ ਨੇ ਜੋ ਕਰਿਆ, ਪਾਉਂਦਾ ਗਿਆ ਪੜਾਉਣ ਵਾਸਤੇ। ਵਾਹ ਜੀ ਵਾਹ। ਤੇ ਸੀ ਇਹਨਾਂ ਤੋਂ ਪੜਿਆ, ਆਪੇ ਖੇਤ ਅਜਾੜ ਦਿੱਤਾ ਸੀ ਜੀ। ਓਏ ਆਪੇ ਹੀ ਕਰਤਾ ਹਰਿਆ, ਜਿਹੜਾ ਸ਼ਰਨ ਪਿਆ ਭਵ ਸਾਗਰ ਤੋਂ ਤਰਿਆ, ਓ ਜਿਹੜਾ ਸ਼ਰਨ ਪਿਆ ਜੀ। ਜਦੋਂ ਇਸ ਤਰ੍ਹਾਂ ਦੀ ਬੋਲੀ ਪਾਉਣੇ ਆ ਤਾਂ ਪਰਿਵਾਰ ਦੇ ਵਿੱਚ ਇਹ ਪਤਾ ਲੱਗ ਜਾਂਦਾ ਵੀ ਇਹ ਕੋਈ ਗਲਤ ਬੋਲੀਆਂ ਪਾਉਣਾ ਨਹੀਂ, ਬਿਲਕੁਲ ਸਮਾਜਿਕ ਸੱਭਿਆਚਾਰਕ ਬੋਲੀਆਂ ਪਾਉਣਗੇ ਜੀ। ਉਸ ਤੋਂ ਬਾਅਦ ਫਿਰ ਅਸੀਂ ਮੇਲ ਦਾ ਰੁਖ ਵੇਖ ਲੈਂਦੇ ਸੀ ਜੀ ਵੀ ਮੇਲ ਹੁਣ ਕਿੱਧਰ ਨੂੰ ਲਿਆਉਣਾ ਚਾਹੁੰਦਾ, ਕਿਵੇਂ ਲਿਆਉਣਾ ਚਾਹੁੰਦਾ। ਜਿਵੇਂ ਆਮ ਹੀ ਹਾਸੇ ਠੱਠੇ ਦੀਆਂ ਬੋਲੀਆਂ ਜਵਾਬ ਸੁਆਬ ਜ਼ਿਆਦਾ ਲੋਕ ਮੰਗਦੇ ਸੀ, ਬਿਲਕੁਲ। ਤਾਂ ਉਹਦੇ ਵਿੱਚ ਅਸੀਂ ਆਮ ਹੀ ਘਰ ਵਾਲੇ ਦਾ ਮੁੰਡੇ ਦਾ ਨਾਂ ਲੈ ਕੇ ਤੇ ਕਹਿਣਾ ਵੀ ਦੇਖੋ ਬਈ ਇੰਨਾ ਇਕੱਠ ਕਰ ਲਿਆ ਤੇ ਹੁਣ ਦੇਖੋ ਇਹਨਾਂ ਬਣਦਾ ਕੀ ਹੈ। ਤੇ ਬੋਲੀ ਪਾਉਂਦੇ ਸੀ, ਬੇ ਪੱਠੇ ਨਹੀਂ ਪਾਉਂਦਾ, ਦੱਥੇ ਨਹੀਂ ਪਾਉਂਦਾ, ਭੁੱਖੀ ਮਾਰਤੀ ਖੋਲੀ ਪਾਈ ਆ, ਪੱਕਾ ਦੁੱਧ ਦਿੰਦੀ ਹੈ ਡੰਗ ਦਾ, ਤੂੰ ਲਿਆ ਕੇ ਬਹਾਰਤੀ ਟੋਲੀ, ਨਾ ਮੈਂ ਤੇਰੇ ਭਾਂਡੇ ਮਾਂਜਣੇ, ਬੇ ਨਾ ਮੈਂ ਤੇਰੀ ਗੋਲੀ, ਤਾਈਓ ਸਿਰ ਚੜ ਗਿਆ, ਮੈਂ ਨਾ ਬਰਾਬਰ ਬੋਲੀ ਵੇ ਤਾਈਓ। ਵਾਹ ਜੀ ਵਾਹ। ਇਹ ਨੋਕ ਝੋਕ ਹੋ ਜਾਂਦੀ ਸੀ। ਉਹ ਨੋਕ ਝੋਕ ਕੀ ਕੁੜੀਆਂ ਜਾਂ ਜਿਹੜੀਆਂ ਮੇਲਾਂ ਹੁੰਦੀਆਂ ਸੀ ਖਾਸ ਤੌਰ ਤੇ ਉਹਦੀਆਂ ਸਾਲੀਆਂ ਜਾਂ ਭਰਜਾਈਆਂ, ਉਹ ਫਿਰ ਗਿੱਧੇ ਨੂੰ ਪੂਰਾ ਚੱਕ ਲੈਂਦੀਆਂ ਸੀ ਜੀ, ਕਿਉਂਕਿ ਉਹਨਾਂ ਦੇ ਪੱਖ ਦੀ ਗੱਲ ਹੋ ਜਾਏ ਨਾ। ਪਰ ਨਾਲ ਸਾਡਾ ਫਰਜ਼ ਹੁੰਦਾ ਸੀ ਵੀ ਨਹੀਂ ਐ ਵੀ ਨਾ ਹੋਵੇ ਬਾਈ ਜੀ ਜਮਾ ਡਾਊਨ ਹੋ ਜਾਣ, ਵੀ ਗੁੱਸੇ ਨਾ ਕਰਦੇ ਕੋਈ ਨਹੀਂ, ਜਾਂ ਬੋਲਣ ਨਾ ਜਾਏ ਇੱਧਰੋਂ, ਕਿਉਂਕਿ ਉਧਰੋਂ ਚਾਰ ਪੈਸੇ ਮੇਲਾਂ ਉਤੋਂ ਦੀ ਮਾਰਦੇ ਸੀ ਜਾਂ ਕੁਛ ਕਰਦੇ ਸੀ। ਬਾਕੀ ਜਿਵੇਂ ਕਹਿੰਦੇ ਸਾਡੀ ਆਓ ਭਗਤ ਉਹਨਾਂ ਨਹੀਂ ਕਰਨੀ ਹੁੰਦੀ ਸੀ। ਤੇ ਫਿਰ ਅਸੀਂ ਉਹਨੂੰ ਖੁਸ਼ ਰੱਖਣ ਦੀ ਖਾਤਰ ਇਹਦਾ ਜਵਾਬ ਵੀ ਉਹ ਦਵਾ ਦੇਵੇ, ਬਾਈ ਐ ਨਹੀਂ, ਬਾਈ ਸੁਣੋ ਭਲਾ ਕੀ ਕਹਿੰਦਾ ਹੁਣ। ਫਿਰ ਅਸੀਂ ਕਹਿੰਦੇ ਨਹੀਂ ਪੱਠੇ ਵੀ ਪਾਉਣਾ, ਦੱਥੇ ਵੀ ਪਾਉਣਾ, ਰੋਜ਼ ਰਜਾਉਣਾ, ਕੋਲੀ 15 ਕਿਲੋ ਦੁੱਧ ਦਿੰਦੀ ਹੈ ਡੰਗ ਦਾ, ਆ ਤਾਈਓ ਬਹਾਤੀ ਟੋਲੀ, ਤੂੰ ਮੇਰੇ ਭਾਂਡੇ ਮਾਂਜਣੇ, ਨਹੀਂ ਤੂੰ ਮੇਰੀ ਗੋਲੀ ਕਰ ਦੂੰ ਗਜ ਵਰਗੀ, ਫੇਰ ਬਰਾਬਰ ਬੋਲੀ ਨਹੀਂ ਕਰ ਦੂੰ। ਵਾਹ ਜੀ ਵਾਹ। ਬੱਲੇ ਬੱਲੇ ਹੋ ਜਾਂਦੀ। ਗਿੱਧਾ ਕਿਤੇ ਦੀ ਕਿਤੇ ਜਾਣਾ, ਸਾਨੂੰ ਇਹ ਨਹੀਂ ਕਹਿੰਦੇ ਪੈਂਦਾ ਜਿਵੇਂ ਕੁੜੀਆਂ ਕਹਿੰਦਾ ਜਿਹੜੀ ਗਿੱਧਾ ਨਾ ਪਾਉ ਰਨ ਬਾਬੇ ਦੀ, ਗਿੱਧਾ ਚਕਾਉਣ ਦੀ ਖਾਤਰ ਬੋਲੀ ਬੋਲਦਾ ਸੀ। ਅਸੀਂ ਤਾਂ ਐਂ ਚਕਾ ਲੈਂਦੇ ਸੀ ਜੀ, ਕਿਉਂ ਉਧਰੋਂ ਜੋਸ਼ ਭਰਦਾ, ਦੂਜੇ ਪਾਸੇ ਜੋਸ਼ ਭਰਦਾ, ਗਿੱਧਾ ਸਵਾਨਾ। ਸਿੱਧੂ ਸਾਹਿਬ ਅੱਜ ਐ ਨਹੀਂ ਲੱਗਦਾ ਵੀ ਜਿਹੜੀ ਲੱਚਰਪਣਤਾ ਜ਼ਿਆਦਾਤਰ ਵਿਆਹਾਂ ਦੇ ਵਿੱਚ ਗੀਤ ਉਦਾਂ ਦੇ ਵੱਜਦੇ ਨੇ? ਬਿਲਕੁਲ ਜੀ, ਬਿਲਕੁਲ ਲੱਗਦਾ ਹੀ ਨਹੀਂ ਹੈ। ਅਸੀਂ ਤਾਂ ਇਸ ਗੱਲ ਦੇ ਬਹੁਤ ਖਿਲਾਫ ਹੈ, ਕਿਉਂਕਿ ਮੈਂ ਬੋਲੀਆਂ ਵੀ ਲਿਖਣੇ, ਬੋਲੀਆਂ ਦੇ ਨਾਲ ਨਾਲ ਮੈਂ ਗੀਤ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਕਾਫੀ ਸਾਰੇ ਮੈਂ ਗੀਤ ਜਿਹੜੇ ਹੈ ਧਾਰਮਿਕ ਵੀ ਲਿਖੇ ਤੇ ਸਮਾਜਿਕ ਜਾਂ ਜਨਰਲ ਗੀਤ ਵੀ ਲਿਖੇ ਜੀ। ਪਰ ਉਹਨਾਂ ਦੇ ਵਿੱਚ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਯਾਰ ਇੰਨੀ ਹੋਣੀ ਚਾਹੀਦੀ ਗੱਲ ਕਿ ਗੱਲ ਡਾਇਰੈਕਟ ਛੋਟੇ ਛੋਟੇ ਬੱਚਿਆਂ ਨੂੰ ਪਤਾ ਲੱਗੇ ਵੀ ਕਹਿਣੀ ਕੀ ਚਾਹੁੰਦਾ। ਪੁਰਾਣੇ ਗੀਤਕਾਰ ਸਾਰੇ ਸੀ ਗੱਲ ਨੂੰ ਬਿੰਗੇਟਡ ਢੰਗ ਨਾਲ ਕਹਿ ਸਭ ਕੁਛ ਜਾਂਦੇ ਸੀ, ਬਿਲਕੁਲ। ਪਰ ਐ ਨਹੀਂ ਕਿ 16-15 ਸਾਲ ਦੇ ਜਵਾਕ ਨੂੰ ਸਮਝ ਆ ਜਾਵੇ ਵੀ ਕਹਿ ਕੀ ਗਿਆ, ਸਮਝਦਾਰੀ ਸਮਝ ਰਮਜਾਨ ਸਮਝਣ ਵਾਲੀ ਗੱਲ ਹੋਈ ਸੀ। ਪਰ ਹੁਣ ਕੀ ਹੈ, ਹੁਣ ਤਾਂ ਗੀਤ ਐ ਲਿਖ ਦਿੰਦੇ ਆ, ਕਾਲ ਦੇ ਮੂਹਰੇ ਤੁਰੀ ਜਾਂਦੀ ਦੀ ਬਾਂਹ ਫੜ ਲਈ, ਕੋਈ ਤੁਕਬੰਦੀ ਨਹੀਂ, ਕੋਈ ਉਹਦੇ ਵਿੱਚ ਛੰਦਾਬੰਦੀ ਨਹੀਂ ਜੀ, ਕੋਈ ਪਿੰਗਲ ਨਹੀਂ, ਬਸ ਇੱਧਰ ਠੱਠਾ ਤੇ ਉਧਰ ਇਕੱਠਾ ਜੀ, ਤੇ ਉਧਰ ਸੱਠਾ, ਤਿੰਨ ਅੱਖਰ ਜੋੜਨੇ, ਬਾਕੀ ਜੋ ਮਰਜ਼ੀ ਜੋੜ ਦੇ ਵਿੱਚ। ਇਸ ਤਰ੍ਹਾਂ ਚੱਲੀ ਜਾਂਦਾ। ਜਿੱਥੋਂ ਤੱਕ ਗਿੱਧੇ ਦੇ ਸਾਰਾਂਸ਼ ਦੀ ਆਪਾਂ ਗੱਲ ਕਰ ਰਹੇ ਸੀ ਵੀ ਸਾਰੀ ਗਿੱਧਾ ਚੱਲਣਾ, ਤਾਂ ਉਹਦੇ ਵਿੱਚ ਫਿਰ ਸਾਨੂੰ ਰੂਪ ਵੀ ਵੱਖਰੇ ਵੱਖਰੇ ਕਰਨੇ ਪੈਂਦੇ, ਬੋਲਣ ਦਾ ਸਟਾਈਲ ਵੀ ਬਦਲਣਾ। ਇੱਕ ਸਾਰ ਬੋਲੀ ਪਾਈ ਜਾਂਦੇ ਤਾਂ ਗਿੱਧਾ ਰੁੱਖਾ ਹੋ ਜਾਂਦਾ, ਬਿਲਕੁਲ। ਉਹਦੇ ਵਿੱਚ ਫਿਰ ਸਾਨੂੰ ਜਿਹੜੀਆਂ ਹੁੰਦੀਆਂ ਸੀਗੀਆਂ ਵੀ ਸਿੰਗਲ ਬੋਲੀ ਵਾਲਾ ਰਿਹਾ, ਉਹਦੇ ਨਾਲ ਲਹਿਜਾ ਚੇਂਜ ਹੋ ਜਾਂਦਾ, ਕਿਉਂਕਿ ਅੱਧੀ ਲਹਿਜਾ ਇੱਧਰਲੇ ਮੁੰਡੇ ਜਾਂਦੇ ਸੀ, ਅੱਧੇ ਉੱਧਰ ਹੀ ਜਾਂਦੇ ਸੀ, ਉਦੋਂ ਲਹਿਜਾ ਚੇਂਜ ਹੁੰਦਾ ਰਹਿੰਦਾ, ਲਹਿਰੀਆ ਟਾਈਪ ਬਣ ਜਾਂਦਾ। ਉਹਦੇ ਵਿੱਚ ਅਸੀਂ ਆਮ ਹੀ ਪਾਉਂਦੇ ਸੀ, ਹੋ ਕੀਨੇ ਛੱਡਿਆ ਪਹੇ ਦੇ ਵਿੱਚ ਪਾਣੀ, ਘੱਗਰੇ ਦੀ ਲਾਉਣ ਭਿੱਜੇਗੀ, ਕੀਨੇ ਛੱਡੇ ਇੱਧਰਲੇ ਕਹਿੰਦੇ ਕੀਨੇ ਛੱਡਿਆ ਪਹੇ ਦੇ ਵਿੱਚ ਪਾਣੀ, ਉਹ ਦੂਜੀ ਲਾਈਨ।
ਇਹਦੇ ਨਾਲ ਫਿਰ ਲਹਿਰੀਆ ਬਣ ਕੇ ਗਿੱਧਾ ਹੋਰ ਵੀ ਸਵਾਦਲਾ ਤੇ ਗੀਤ ਟਾਈਪ ਬਣ ਜਾਂਦਾ ਸੀ। ਸਾਡੇ ਭਾਵੇਂ ਸਾਜ਼ ਉਹੀ ਰਹਿੰਦੇ ਸੀ। ਬਿਲਕੁਲ। ਇਸ ਤਰ੍ਹਾਂ ਸਿੰਗਲ ਲਾਈਨ ਦੇ ਵਿੱਚ ਜਦੋਂ ਆਮ ਤੌਰ ਤੇ ਮੇਰੀ ਜ਼ਿਆਦਾ ਡਿਊਟੀ ਰਹੀ ਹੈ ਸਾਰਾ ਟਾਈਮ ਸਟੇਜ ਨੂੰ ਕੰਟਰੋਲ ਕਰਨੀ ਕਿ ਮੂਹਰੇ ਆਡੀਅנס ਨੂੰ ਦੇਖਣਾ ਵੀ ਉਹ ਖੁਸ਼ ਹੈ ਜਾਂ ਉਹ ਕੀ ਮੰਗਦੇ ਹੈ। ਆਮ ਮੈਨੂੰ ਬਾਹਰੋਂ ਮੁੰਡਾ ਆਇਆ ਕੁੜੀਆਂ ਹੱਥ ਵੀ ਵੱਜਦਾ, ਮੈਂ ਕੰਨ ਲਾਉਂਦਾ, ਵੀਰਾ ਭੈਣ ਭਰਾ ਦੀ ਬੋਲੀ ਪਾ ਦੇ ਕੋਈ, ਤਾਂ ਗੁਰਦਤ ਸਿੰਘ ਨੂੰ ਦੱਸਣਾ ਜਾਂ ਫਿਰ ਆਪ ਟਾਈਮ ਲੈ ਕੇ ਬੋਲੀ ਪਾਉਣੀ ਸਿੰਗਲ ਲਾਈਨ ਤੇ। ਕੁੜੀਆਂ ਬੜੀਆਂ ਖੁਸ਼ ਹੁੰਦੀਆਂ ਜਦੋਂ ਕਹਿੰਦੇ ਬੋਤਾ ਬੰਨਦੇ ਸਰਬਣਾ ਵੀਰਾ ਕਿੱਲੀਆਂ ਰੰਗੀਲੇ ਗੱਡੀਆਂ, ਜਾਂ ਫਿਰ ਬੋਤਾ ਚਾਹਦੇ ਭੈਣਾਂ ਨੂੰ ਮਿਲ ਆਉਂਦੇ ਅੱਗੇ ਵੀਰੇ ਸਤ ਜੋਗ ਦੇ। ਤੇ ਉਹ ਮਾਹੌਲ ਇੱਕ ਬਿਲਕੁਲ ਪਰਿਵਾਰਕ ਬਣ ਜਾਂਦਾ। ਕੁੜੀਆਂ ਨੂੰ ਐ ਲੱਗਦਾ ਸਾਰੇ ਸਾਡੇ ਭਰਾ ਹੀ ਖੜੇ ਆ ਉੱਥੇ। ਹੁਣ ਤੁਸੀਂ ਦੇਖੋ ਵੀ ਜਿਹੜੀ ਆਪਾਂ ਗੱਲ ਕੀਤੀ ਹੈ ਕੋਈ ਗਲਤ ਕਲਚਰ ਦੀ ਲੱਚਰ ਵਾਲੀ, ਉਹ ਆ ਹੀ ਨਹੀਂ ਸਕਦੀ ਕਿਉਂਕਿ ਹਰ ਵੀਰ ਕਿਸੇ ਭੈਣ ਦਾ ਭਰਾ ਹੈ। ਬਿਲਕੁਲ। ਹਰ ਵੀਰ ਦੀ ਕੋਈ ਭੈਣ ਨੱਚ ਰਹੀ ਹੈ ਦੂਰੋਂ ਨੇੜੇ। ਉੱਥੇ ਲੱਚਰਤਾ ਬਾਰੇ ਸੋਚਿਆ ਵੀ ਨਹੀਂ, ਜੇ ਹੈ ਸਗੋਂ ਮਿਟ ਜਾਂਦੀ ਸੀ ਇਸ ਤਰ੍ਹਾਂ। ਸਿੱਧੂ ਸਾਹਿਬ ਅੱਜ ਜਿਹੜਾ ਮਾਹੌਲ ਆ, ਅੱਜ ਪੈਲਸਾਂ ਆ ਗਈਆਂ, ਉਦੋਂ ਟੈਂਟਾਂ ਦੇ ਵਿੱਚ ਖੁੱਲੇ ਅਸਮਾਨ ਦੇ ਥੱਲੇ ਬੋਲੀਆਂ ਪੈਂਦੀਆਂ ਸੀ। ਅੱਜ ਪੈਲਸਾਂ ਆ ਗਈਆਂ, ਪੈਲਸਾਂ ਦੇ ਵਿੱਚ ਤਾਂ ਉਹੀ ਧੂਮ ਧੜੱਕਾ ਕੁਝ ਸਮਝ ਨਹੀਂ ਲੱਗਦਾ, ਆਰਕੈਸਟਰਾ ਚੜਾ ਦਿੰਦੇ ਨੇ ਵਿੱਚ ਹੀ, ਮਲਵਈ ਗਿੱਧੇ ਵਾਲੇ ਚੜ ਜਾਂਦੇ ਨੇ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਕਿੱਧਰ ਨੂੰ ਜਾ ਰਹੀ ਹੈ? ਨਹੀਂ, ਅਸਲ ਵਿੱਚ ਕੀ ਹੈ, ਜਿਹੜੀਆਂ ਟੀਮਾਂ ਸਾਡੀਆਂ ਹਜੇ ਵੀ ਗਿੱਧੇ ਨੂੰ ਗਿੱਧਾ ਬਣ ਕੇ ਚੱਲ ਰਹੀਆਂ ਉਹ ਉੱਥੇ ਪੈਲਸ ਦੇ ਵਿੱਚ ਵੀ ਇੱਕ ਤਾਂ ਰੌਲਾ ਨਹੀਂ ਪੈਣ ਦਿੰਦੇ ਕਿਉਂਕਿ ਉਹ ਪਹਿਲਾਂ ਆਵਾਜ਼ ਸੈੱਟ ਕਰਾਉਂਦੇ ਵੀ ਸਾਰਿਆਂ ਨੂੰ ਸੁਣਦੀ ਹੈ ਬਾਈ, ਅਸੀਂ ਬੋਲੀ ਫੇਰ ਪਾਉਂਦੇ। ਕੋਈ ਵੀ ਸਾਡੀ ਟੀਮ ਹੈ, ਇਹ ਨਹੀਂ ਵੀ ਉੱਥੇ ਫੁੱਲ ਬਟਾ ਫੁੱਲ ਸਾਊਂਡ ਓਵਰ ਕੀਤੀ ਹੁੰਦੀ ਹੈ ਤੇ ਗਿੱਧਾ ਪਾਉਣਾ। ਸਾਡਾ ਬੰਦਾ ਗਿੱਧਾ ਨਹੀਂ ਪਾਉਂਦਾ, ਪਹਿਲਾਂ ਸਾਊਂਡ ਸੈੱਟ ਕਰੂਗਾ। ਜਿਹੜੀ ਸਾਡੀ ਟੀਮ ਮੇਰੀ ਸਪਸ਼ਟ ਤੌਰ ਤੇ ਪਤਾ ਵੀ ਜਿਹੜਾ ਬੰਦਾ ਜਾ ਕੇ ਮਾਈਕ 'ਚ ਹੈਲੋ ਕਹਿ ਕੇ ਤੇ ਆਵਾਜ਼ ਵਾਲੀ ਸੈੱਟ ਕਰਾ ਰਿਹਾ ਤਾਂ ਬਸ ਹਿਸਾਬ ਲਾ ਲਓ ਉਹ ਗੁਰਨਾਮ ਸਿੰਘ ਦੀ ਟੀਮ ਹੈਗੀ ਜੀ। ਕਿਉਂਕਿ ਮੈਂ ਦੱਸਿਆ ਵੀ ਜੇ ਰੌਲਾ ਪਿਆ ਤੁਸੀਂ ਸੁਣਾਇਆ ਤਾਂ ਕੁਛ ਆਪਾਂ ਲਾਣਾ ਕਰਨੀ ਨਾ ਜਾਣਾ। ਦੂਜੀ ਗੱਲ, ਉੱਥੇ ਜਦੋਂ ਸੈਟਿੰਗ ਹੋ ਗਈ ਤਾਂ ਉੱਥੇ ਵੀ ਇਹ ਚੀਜ਼ ਦੇਖਣੀ ਮਿਲੇ ਵੀ ਬੋਲਣੇ ਹੀ ਪਾਉਣੇ। ਜਿਹੜੀਆਂ ਹੁਣ ਅੱਜ ਕੱਲ੍ਹ ਤੁਸੀਂ ਨੋਟ ਕੀਤਾ ਹੋਣਾ ਵੀ ਟੀਮਾਂ ਗਿੱਧੇ ਦੀਆਂ ਟੀਮਾਂ ਨਹੀਂ ਰਹੀਆਂ, ਉਹ ਉੱਥੇ ਗਿੱਧੇ ਵਾਲੇ ਕੱਪੜੇ ਤੇ ਸਾਜ਼ ਲੈ ਕੇ ਚੜ ਜਾਂਦੇ ਤੇ ਪਰ ਨਾਲ ਨਾਲ ਗਾਉਂਦੇ ਆ ਗੀਤ। ਗੀਤ ਵੀ ਕੰਪਲੀਟ ਨਹੀਂ, ਇੱਕ ਲਾਈਨ ਚਮਕੀਲੇ ਵਾਲੀ ਗਾਤੀ, ਇੱਕ ਬਾਉਲ ਮੁਰਾਰ ਦੀ ਲਾਤੀ, ਇੱਕ ਮਾਨਕ ਦੀ ਲਾਤੀ, ਜੇ ਤੁਕਬੰਦੀ ਜਾ ਕੇ ਉਹ ਤੇ ਗਿੱਧਾ ਖੜਕਾਈ ਜਾਂਦੇ ਤੇ ਵਾਰ-ਵਾਰ ਰਿਪੀਟ ਜਾ ਕਰੀ ਜਾਂਦੇ ਵੀ ਉਹ ਗਿੱਧਾ ਲਿਆ। ਅਸਲ ਵਿੱਚ ਮੈਂ ਤੁਹਾਨੂੰ ਸਪਸ਼ਟ ਦੱਸਣਾ ਹੈ ਵੀ ਮਲਵਈ ਗਿੱਧਾ ਜਦੋਂ ਤੋਂ ਮੁਲਤਾਨ ਤੋਂ ਆਇਆ ਹੈ, ਇਹ ਮੁਲਤਾਨ 'ਚ ਸੀ ਸਭ ਤੋਂ ਪਹਿਲਾਂ। ਬਿਲਕੁਲ। ਮੁਲਤਾਨ ਤੋਂ ਪੰਜਾਬ 'ਚ ਆਇਆ ਸੀਗਾ ਇਹ ਦੁਆਬੇ 'ਚ, ਪਰ ਦੁਆਬੇ ਵਾਲਿਆਂ ਨੇ ਸਾਂਭਿਆ ਮਲਵਈਆਂ ਨੇ। ਇਸੇ ਕਰਕੇ ਇਹਦਾ ਨਾਮ ਮਲਵਈ ਗਿੱਧਾ ਨਹੀਂ ਸੀਗਾ, ਮਰਦਾਂ ਦਾ ਗਿੱਧਾ ਜਾਂ ਬਾਬਿਆਂ ਦਾ ਗਿੱਧਾ ਸੀ। ਬਿਲਕੁਲ। ਪਰ ਮਾਲਵੇ ਨੇ ਇਹਨੂੰ ਸਾਂਭ ਲਿਆ, ਜਿਹਦੇ ਵਿੱਚ ਚੱਠਿਆਂ ਵਾਲੇ ਵੀ ਹੈ, ਅਸੀਂ ਕਲਿਆਣ ਦੇ ਬੰਦੇ ਵੀ ਹੈ, ਜਿਹਨੇ ਸਾਂਭਣ ਦੀ ਕੋਸ਼ਿਸ਼ ਕੀਤੀ। ਉਹ ਜਦੋਂ ਇੱਧਰਲੇ ਨੇ ਸਾਂਭ ਲਿਆ ਨਾ ਹੌਲੀ ਹੌਲੀ ਮਲਵਈ ਗਿੱਧਾ ਰੱਖਦਾ ਵੀ ਮਲਵਈਆਂ ਦਾ ਗਿੱਧਾ ਹੈ। ਬਿਲਕੁਲ। ਐਕਚੁਅਲ ਦਾ ਮੁਲਤਾਨ ਤੋਂ ਆਇਆ, ਮੁਲਤਾਨ ਤੱਕ ਕਿਹੜੇ ਮਲਵਈ ਸਾਰੇ, ਪਰ ਫਿਰ ਵੀ ਚਲੋ ਨਾਂ ਦੀ ਤਬਦੀਲੀ ਆਈ, ਕੋਈ ਖਾਸ ਗੱਲ ਨਹੀਂ। ਪਰ ਜਿਹੜਾ ਬਾਬਿਆਂ ਦਾ ਮਰਦਾਂ ਦਾ ਮਲਵਈ ਗਿੱਧਾ, ਇਹਨਾਂ ਨੂੰ ਜੇ ਆਪਾਂ ਦੇਖੀਏ ਤਾਂ ਇਹ ਸਿਰਫ ਤੇ ਸਿਰਫ ਇਹਨਾਂ ਦੀ ਸਪੈਸ਼ਲ ਡਰੈਸ, ਕੁੜਤਾ ਚਾਦਰਾ, ਜੈਕਟ ਪਾਈ ਹੋਈ, ਖੁੱਲੇ ਕੁੜਤੇ, ਟੌਰਾਂ ਵਾਲੇ ਚਾਦਰੇ, ਪੱਗਾਂ ਤੇ ਫਰਲਿਆਂ ਵਾਲੇ ਚਾਦਰੇ, ਇਹ ਤਾਂ ਇਹਨਾਂ ਦੀ ਨਿਸ਼ਾਨੀ। ਉਸ ਤੋਂ ਬਾਅਦ ਜਿਹੜੇ ਸਾਜ਼ ਹੈ ਉਹ ਵੀ ਸਾਰੇ ਲੋਕ ਸਾਜ਼ ਹੈ। ਜਿਵੇਂ ਕਈ ਬੱਚੇ ਸੱਪ ਕਹਿੰਦੇ ਆ, ਅਸੀਂ ਗਿਰਦਾ ਹੀ ਕਹਿੰਦੇ ਉਹਨੂੰ, ਕਾਟੋ, ਕਿਰਲਾ, ਚਿਮਟਾ, ਬੁਕਚੂ ਜਾਂ ਟੱਲੀਆਂ ਜਾਂ ਹੁੰਦੀਆਂ ਆਜ਼ਲੀਆਂ, ਸਰੰਗੀ ਵੀ ਵੱਜ ਜਾਂਦੀ ਹੈ, ਅਲਗੋਰੀ ਵੀ ਵੱਜ ਜਾਂਦੀ। ਇਹ ਸਾਜ਼ ਹੈਗੇ ਪਿਓਰ ਆਪਣੇ ਪੰਜਾਬੀ ਤੇ ਦੇਸੀ ਆਪਣੇ ਆਪ ਬਣਾਏ ਹੋਏ। ਖੇਤਾਂ 'ਚ ਕੰਮ ਕਰਦਿਆਂ ਨੇ ਮਲਵਈ ਗਿੱਧਿਆਂ ਨੇ ਖੇਤਾਂ 'ਚ ਹੀ ਸਾਜ਼ ਤਿਆਰ ਕਰ ਲਏ। ਪਰ ਜਿਹੜੇ ਹੁਣ ਬੰਦੇ ਕੋਸ਼ਿਸ਼ ਨੇ ਕੈਸ਼ੀਓ ਲਾ ਲੈਂਦੇ, ਇਹਦੀ ਸਾਜ਼ ਹੈ ਢੋਲਕੀ। ਢੋਲ ਇਹਦਾ ਸਾਜ਼ ਨਹੀਂ ਹੈ, ਢੋਲ ਤਾਂ ਸਿਰਫ ਨੱਚਣ ਦੀ ਖਾਤਰ ਇਹਨੇ ਨਾਲ ਐਡ ਕਰ ਲਿਆ, ਢੋਲਕੀ ਸਾਜ਼ ਹੈ। ਹੁਣ ਉਹ ਸਾਜ਼ ਸੀ ਜਿਹੜੇ ਉਹ ਹਲਕੇ ਵੱਜਦੇ ਸੀ, ਜਿਵੇਂ ਪੁਰਾਣੇ ਆਪਾਂ ਰਣਜੀਤ ਕੌਰ ਵਰਗਾ, ਸੁਰਿੰਦਰ ਬੀਬਾ ਦਾ ਗੀਤ ਸੁਣਿਆ, ਛੋਟੇ ਛੋਟੇ ਸਾਜ਼ ਚੰਕ 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 ਕਰਦੇ। ਹੁਣ ਆਹ ਸਾਜ਼ ਜਿਵੇਂ ਦੰਗ 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 ਚ, ਇਹੀ ਕੁਛ ਗਿੱਧਿਆਂ ਨੇ ਕਰਤਾ। ਤਾਂ ਉਸ ਤੋਂ ਬਾਅਦ ਪੰਜਾਬ ਲੈਵਲ ਤੇ ਮੀਟਿੰਗਾਂ ਹੁੰਦੀਆਂ, ਬਿਲਕੁਲ, ਉਹਦੇ ਵਿੱਚ ਸਿਹਤ ਸੇਵਾਵਾਂ ਜਾਂ ਸੱਭਿਆਚਾਰ ਵਾਲੇ ਗੱਲਾਂ ਕਰਦੇ ਆ, ਜਿੱਥੇ ਇਹੋ ਜਿਹੀ ਗੱਲ ਚੱਲਦੀ ਹੈ ਮੈਨੂੰ ਵੀ ਆਉਣ ਦਾ ਮੌਕਾ ਮਿਲਦਾ ਹੈ। ਫਿਰ ਇਹਨੂੰ ਹੁਣ ਅਸੀਂ ਮਤਲਬ ਸਾਰੇ ਪੰਜਾਬ ਦੇ ਕਲਚਰ ਨੇ ਇਹਨੂੰ ਨਵਾਂ ਨਾਂ ਦਿੱਤਾ ਵੀ ਦੇਖੋ, ਇੱਕ ਤਾਂ ਜਾਗੋ ਆ, ਜਾਗੋ ਦੇ ਵਿੱਚ ਤਾਂ ਬੋਲੀਆਂ ਹੀ ਚੱਲਣੀਆਂ। ਸਿਰਫ ਕੀ ਹੈ ਕਿ ਜਾਗੋ ਜਾ ਕੇ ਰਾਤ ਨੂੰ ਤੁਰਨਾ, ਘਰਾਂ 'ਚ ਜਾਣਾ।
ਸਮੇਂ-ਸਮੇਂ 'ਤੇ ਕੁੜੀਆਂ ਮੁੰਡਿਆਂ ਦੇ ਆਪਸ ਵਿੱਚ ਜਵਾਬ ਵੀ ਦੇਣੇ, ਬੋਲਣਾ ਪਾਉਂਦੇ। ਹੂੰ ਉਹ ਗਿੱਧੇ ਦਾ ਰੂਪ ਹੈ, ਪਰ ਉਹਦੇ 'ਚ ਕੰਬਾਈਨਡ ਗਿੱਧਾ ਹੈ ਹੂੰ ਲੇਡੀਜ਼ ਕਰਦਾ। ਜੀ ਜਿਹੜਾ ਮਲਵਈ ਗਿੱਧਾ ਹੈ ਉਹਦੇ ਵਿੱਚ ਲੇਡੀਜ਼ ਥੱਲੇ ਸਟੇਜ ਤੋਂ ਨੱਚੀ ਜਾਣ, ਪਰ ਜਿਹੜੀ ਸਟੇਜ ਹੈ ਉਹ ਕੋਈ ਵੀ ਉਹ ਇਕੱਲੇ ਮਰਦਾਂ ਦੀ। ਉਹਨਾਂ ਨੇ ਬੋਲੀਆਂ ਪਾਉਣੀਆਂ, ਉਹਨਾਂ ਨੇ ਡਾਂਸ ਆਪਦਾ ਕਰਨਾ, ਪਰ ਠੀਕ ਹੈ ਸਾਈਡ ਤੇ ਕੋਈ ਨੱਚੀ ਜਾਂਦਾ, ਕੋਈ ਨਥੇ। ਜਿਹੜਾ ਹੁਣ ਤੀਜਾ ਇਹਨਾਂ ਨੇ ਪੈਦਾ ਕਰ ਲਿਆ ਨਵੇਂ ਮੁੰਡਿਆਂ ਨੇ, ਬੇਰੁਜ਼ਗਾਰੀ ਨੂੰ ਮੁੱਖ ਰੱਖ ਕੇ। ਬੇਰੁਜ਼ਗਾਰੀ ਇਹਦਾ ਦੇਣ ਹੈ, ਕਿਉਂਕਿ ਇਹਦੇ ਵਿੱਚ 4 ਪੈਸੇ ਵਧੀਆ ਬਣਦੇ ਆ, ਮਿਹਨਤ ਘੱਟ, ਥੋੜ੍ਹੀਆਂ ਬੋਲੀਆਂ ਯਾਦ ਕਰਨਾ, ਬਸ ਸਿਰਫ ਸਾਜ ਤੇ ਕੁੜਤੇ ਚਾਦਰੇ ਪਾ ਕੇ ਇਹ ਜਨ ਦੇ ਮੂਹਰੇ ਨੱਚਦੇ ਨੇ। ਜਨ ਦੇ ਮੂਹਰੇ ਜਿੱਥੇ ਬੈਂਡ ਵੱਜਦਾ ਹੁੰਦਾ ਸੀ ਉੱਥੇ ਡਾਂਸ ਦਿੰਦੇ। ਬਿਲਕੁਲ। ਫਿਰ ਕੁੜੀ ਨੂੰ ਲਿਆਉਣਾ ਸਟੇਜ ਤੇ, ਉਦੋਂ ਡਾਂਸ ਦੇਤਾ, ਕੁੜੀ ਨੂੰ ਘਰੇ ਲਿਆਉਣਾ, ਉਦੋਂ ਡਾਂਸ ਦੇਤਾ, ਇਸ ਤਰ੍ਹਾਂ ਦਾ। ਫਿਰ ਕਾਫੀ ਸੋਚ ਵਿਚਾਰ ਤੋਂ ਬਾਅਦ ਸਾਰੀਆਂ ਜਿਹੜੀਆਂ ਵਿਸ਼ੇਸ਼ ਸੱਭਿਆਚਾਰਕ ਪਾਰਟੀਆਂ ਉਹਨਾਂ ਨੇ ਇਹਦਾ ਨਾਂ ਹੀ ਮਲਵਈ ਡਾਂਸ ਰੱਖਤਾ। ਇਹਨੂੰ ਹੁਣ ਅਸੀਂ ਮਲਵਈ ਗਿੱਧਾ ਨਹੀਂ, ਮੈਨੂੰ ਜਿੰਨੇ ਫੋਨ ਆਉਂਦੇ ਜੇ ਕਹਿੰਦੇ ਬੱਚੇ ਭੇਜ, ਮੈਂ ਬੋਲਿਆ ਹਾਂ ਕਾਹਦੇ ਵਾਸਤੇ? ਉਹ ਬਹੁਤ ਸੰਮਤੀ ਆਪ ਹੀ ਕਹਿਣ ਲੱਗੀ ਮਲਵਈ ਡਾਂਸ ਵਾਲੇ ਜਨ ਦੇ ਮੂਹਰੇ ਨੱਚਣਾ। ਚਲੋ ਠੀਕ ਹੈ। ਇਹ ਸਟੇਜ ਦੇ ਉੱਤੇ ਟਾਈਮ ਵੀ 5-4 ਮਿੰਟ ਮਸੇ ਲੈਂਦਾ, ਇਹਨੂੰ ਕੋਈ ਦਿੰਦੇ ਨਹੀਂ ਰਹੇ, ਕਿਉਂਕਿ ਇਹ ਸਾਈ ਦੇ ਵਿੱਚ ਗੱਲ ਹੀ ਨਹੀਂ ਕਰ ਰਹੇ। ਵੈਸੇ ਸਟੇਜ ਤੋਂ ਵੀ ਲੋਕਾਂ ਨੂੰ ਜਾਣੂ ਕਰਾਵਾਂਗੇ ਮਲਵਈ ਗਿੱਧਾ ਕੀ ਹੈ। ਉੱਥੇ ਜਾ ਕੇ ਬਾਈ 5 ਮਿੰਟ ਲਾਉਣੇ ਆ, ਉਹ 5 ਦੇ ਵੀ 4 ਮਿੰਟ ਹੀ ਦਿੰਦੇ, ਕਿਉਂਕਿ ਉਹਨਾਂ ਦਾ ਪੈਸੇ ਦਾ ਮਸਲਾ ਹੁੰਦਾ। ਜਦੋਂ ਨਵੀਂ ਚੀਜ਼ ਆਵੜੀ, ਨਵੀਂ ਨੂੰ ਪੈਸੇ ਮਿਲਣ ਲੱਗੇ ਨੇ, ਉਹਨਾਂ ਨੂੰ ਆਉਂਦਾ ਆਰਕੈਸਟਰਾ ਵੀ ਸਾਡੇ ਪੈਸੇ ਜਾਣ। ਅਸੀਂ ਭਾਵੇਂ ਜਦੋਂ ਸ਼ੁਰੂ ਕੀਤਾ ਸੀ ਇਹ, ਕਿਸੇ ਟਾਈਮ ਤੇ ਉਸਤਾਦ ਨੇ ਲੋਪੋ ਵਾਲਿਆਂ ਨੇ, ਉਸ ਤੋਂ ਬਾਅਦ ਜਦੋਂ ਉਹਨਾਂ ਦੀ ਸ਼ਗਿਰਦੀ ਦੇ ਵਿੱਚ ਮੈਂ ਗੁਰਮਤਾ ਸੀ, ਮਤਲਬ ਗਿੱਧੇ ਨੂੰ ਚੱਕਿਆ, ਤਾਂ ਸਾਡੀ ਸੋਚ ਕੋਈ ਸੀ ਵੀ ਯਾਰ ਆਰਕੈਸਟਰਾ ਜਾਂ ਖਤਮ ਕਰ ਗਿਆ, ਫੇਰ ਸੁੱਤੇ। ਤੇ ਅਸੀਂ ਉਹਨੂੰ ਤਕਰੀਬਨ ਬਹੁਤ ਸੰਮਤੀ ਲੈਵਲ ਤੇ ਖਤਮ ਕਰਨ 'ਚ ਕਾਮਯਾਬ ਹੋ ਗਏ ਸੀ, ਕਿਉਂਕਿ ਹਰ ਥਾਂ ਤੇ ਗਿੱਧੇ ਹੀ ਦੇਣਾ ਮੁਕਾਬਲੇ ਤੇ ਪਤਾ ਲੱਗਦਾ। ਪਰ ਹੁਣ ਇਹਦੇ ਬੱਚਿਆਂ ਨੇ ਉਹ ਚੀਜ਼ ਤਾਂ ਫੇਰ ਬਰਾਬਰ ਲਿਆ। ਨਗੇਜਵਾਦ ਜ਼ਰੂਰ ਖਤਮ ਹੋ ਗਿਆ, ਆਰਕੈਸਟਰਾ 'ਚ ਪਹਿਲਾਂ ਨਗੇਜਵਾਦ ਵਾਲਾ ਹੋ ਗਿਆ ਸੀ, ਉਹ ਤਾਂ ਖਤਮ ਹੋ ਗਿਆ, ਚਲੋ ਬਹੁਤ ਬਹੁਤੇ। ਪਰ ਜਿਹੜਾ ਇਹ ਹੁਣ ਹੈ ਲੋਕ ਡਾਂਸ ਦੇ ਵਿੱਚ ਇਹਨੂੰ ਮਲਵਈ ਡਾਂਸ ਤਾਂ ਕਹਿ ਸਕਦੇ ਆ, ਪਰ ਜੇ ਇਹਨੂੰ ਮਲਵਈ ਗਿੱਧਾ ਕਹਿ ਕੇ ਕੋਈ ਪਾਉਂਦਾ ਤਾਂ ਮੈਨੂੰ ਤਾਂ ਬਹੁਤ ਦੁੱਖ ਹੈ ਇਸ ਗੱਲ ਦਾ। ਸਿੱਧੂ ਸਾਹਿਬ, ਤੁਸੀਂ ਗੱਲ ਕਰੀ ਆ ਵੀ ਆਰਕੈਸਟਰਾ ਨੂੰ ਖਤਮ ਕਰਨਾ ਤੇ ਮਲਵਈ ਗਿੱਧਾ ਜਿਹੜਾ ਇੱਕ ਰੁਜ਼ਗਾਰ ਦਾ ਸਾਧਨ ਬਣਿਆ ਹੈ, ਕਿਤੇ ਨਾ ਕਿਤੇ ਜਾ ਕੇ ਉਹ ਵੀ ਇੱਕ ਰੁਜ਼ਗਾਰ ਦਾ ਸਾਧਨ ਆ। ਜਿਹੜੇ ਪੜ੍ਹ ਲਿਖ ਜਾਂਦੇ ਨੇ ਜਾਂ ਸ਼ੌਂਕ ਹੁੰਦਾ ਕਈਆਂ ਨੂੰ, ਉਹਨਾਂ ਦਾ ਲਈ ਵੀ ਇੱਕ ਰੁਜ਼ਗਾਰ ਦਾ ਸਾਧਨ। ਨਹੀਂ, ਮੈਂ ਤੁਹਾਨੂੰ ਕਿੱਥੇ ਹੈ ਜਿੱਥੇ ਹੁਣ ਜਿਹੜਾ ਆਰਕੈਸਟਰਾ ਚੱਲਦਾ, ਹੁਣ ਵਾਲੇ ਆਰਕੈਸਟਰੇ ਦੇ ਅਸੀਂ ਵਿਰੋਧ ਨਹੀਂ ਜਾ ਰਹੇ ਜੀ, ਕਿਉਂਕਿ ਹੁਣ ਕਿਸੇ ਦਾ ਨਾਂ ਰੰਗਲਾ ਪੰਜਾਬ ਹੈ, ਕਿਸੇ ਦਾ A1 ਹੈ, ਕਿਸੇ ਉਹ ਬੱਚੇ ਕੱਪੜੇ ਤਾਂ ਪਾਉਂਦੇ ਨਾ, ਤੇ ਕੱਪੜੇ ਵੀ ਪੰਜਾਬੀ ਪੈਸਾ ਵਗਾਣੇ, ਵਧੀਆ ਗੱਲ ਹੈ। ਬਿਲਕੁਲ, ਉਹਨਾਂ ਨੇ ਆਪਦਾ ਕਲਾ ਦਾ ਮੁਜ਼ਾਹਰਾ ਵੀ ਕਰਤਾ ਤੇ ਨਗੇਜਵਾਈ। ਜਿਹੜੇ ਆਰਕੈਸਟਰੇ ਦੀ ਮੈਂ ਗੱਲ ਕਰਦਾ ਤਾਂ ਉਦੋਂ ਕੀ ਸੀ, ਕੁੜੀਆਂ ਤਾਂ ਮੈਨੂੰ ਲੱਗਦਾ 1/3 ਕੱਪੜੇ ਪਾਉਂਦਾ ਸੀ। ਉਦੋਂ ਹਰ ਬੰਦਾ ਇਹਦੇ ਉਲਟ ਸੀਗਾ, ਭਾਵੇਂ ਰੁਜ਼ਗਾਰ ਉਹਨਾਂ ਦਾ ਵੀ ਸੀ। ਬਿਲਕੁਲ, ਪਰ ਰੁਜ਼ਗਾਰ ਆਪਾਂ ਕਹਿੰਦੇ ਵੀ ਰੁਜ਼ਗਾਰ ਤਾਂ ਕਰੋ, ਕਿਸੇ ਸਰੂਪ 'ਚ ਤਾਂ ਹੋ ਜਾਓ। ਨਗੇਜਵਾਦ ਨੂੰ ਰੁਜ਼ਗਾਰ ਨਹੀਂ ਕਹਿ ਸਕਦੇ, ਇਹ ਤਾਂ ਫਿਰ ਬੇਸਵਾਵਾ ਚੱਲਦਾ, ਉਹਨੂੰ ਆਪਾਂ ਰੁਜ਼ਗਾਰ ਥੋੜ੍ਹਾ ਕਰਾਂਗੇ, ਉਹ ਤਾਂ ਵਿਚਾਰਾ ਫਸ ਗਿਆ। ਬਿਲਕੁਲ, ਇਸ ਕਰਕੇ ਤਾਂ ਅਸੀਂ ਵੀ ਜਿਹੜਾ ਨਗੇਜਵਾਦ ਸੀ, ਮੈਂ ਇਹਨੂੰ ਇਹ ਕਹੂੰਗਾ ਵੀ ਜੇ ਅਸੀਂ ਗਿੱਧੇ ਨੂੰ ਇਹਦੇ ਵਿੱਚ ਬਾੜਿਆ ਤਾਂ ਉਹਨਾਂ ਨੂੰ ਘਾਟਾ ਪੈਣਾ ਸ਼ੁਰੂ ਹੋਇਆ, ਉਹ ਡਾਊਨ ਹੋਣੇ ਸ਼ੁਰੂ ਹੋਏ, ਤਾਂ ਉਹਨਾਂ ਹੀ ਬੰਦਿਆਂ ਨੇ ਲਗਭਗ ਪਹਿਰਾਵੇ ਬਦਲੇ। ਕਹਿਣ ਦਾ ਮਤਲਬ ਵੀ ਖਾਓ ਮਨ ਪਾਉਂਦਾ ਪਹਿਨੋ ਜੱਗ ਪਾਉਂਦਾ, ਕੁਦਰਤੀ। ਇਹਦਾ ਸਿੱਧੂ ਸਾਹਿਬ, ਅੱਗੇ ਜੇ ਆਪਾਂ ਵਧੀਏ ਤਾਂ ਹੁਣ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਆ? ਅੱਜ ਕਲਾਕਾਰ ਵੀ ਬਦਲ ਗਏ ਕਾਫੀ, ਉਧਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਉਸ ਨੂੰ ਦੇਖ ਕੇ ਕਾਫੀ ਗੀਤ ਬਦਲ ਗਏ। ਅੱਗੇ ਕੀ ਸੀਗਾ, ਅੱਗੇ ਜੇ ਆਪਾਂ 4 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਕੋਈ ਚੱਕ ਦੂੰ, ਮਾਰ ਦੂੰ, ਧਰ ਦੂੰ, ਇਹੋ ਜਿਹੀਆਂ ਗੱਲਾਂ ਕਰਦੇ ਸੀ, ਤੇ ਅੱਜ ਕਿਹੋ ਜਿਹਾ ਲੱਗਦਾ ਗਾ? ਨਹੀਂ ਦੇਖੋ, ਮੇਰੇ ਨਾਲ ਸ਼ਾਇਦ ਤੁਸੀਂ ਬੋਲਣਾ ਪੜ੍ਹਦੇ, ਮੈਂ ਡੇਲੀ ਬੋਲੀ ਲਿਖਦਾ। ਪਹਿਲਾਂ ਮੈਂ ਭਾਵੇਂ ਸੱਭਿਆਚਾਰ ਤੇ ਲਿਖਦਾ ਸੀਗਾ, ਫਿਰ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ 17 ਸਤੰਬਰ ਤੋਂ ਮੈਂ ਵੀ ਇਹੀ ਸ਼ੁਰੂ ਕੀਤਾ, ਕਿਉਂਕਿ ਮੈਥੋਂ ਤਾਂ ਬਾਕੀ ਬੰਦਿਆਂ ਨੇ ਬਹੁਤ ਲੇਟ ਸ਼ੁਰੂ ਕੀਤਾ। ਮੈਂ 17 ਦੀ ਪਹਿਲੀ ਬੋਲੀ ਕਿਸਾਨਾਂ ਦੀ ਲਿਖੀ ਸੀ, ਤੇ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਚੱਲਦਾ ਗਿਆ 26 ਤੱਕ ਵੀ ਮੈਂ ਨਾਲ ਸੀ, ਜਨਵਰੀ ਤੱਕ। ਤੇ ਹੁਣ ਜਦੋਂ ਅੰਦੋਲਨ ਦੇ ਵਿੱਚ ਇੱਕ ਖੜੋਤ ਜੀ ਪੈਦਾ ਹੋਈ ਵੀ ਨਾ ਉਧਰ ਨਾ ਉਧਰ ਖੜਾ ਹੈ। ਬਾਕੀ ਮੇਰਾ ਜਿਹੜਾ ਲਗਭਗ 1.25 ਸਾਲ ਤੋਂ ਚੱਲਦਾ ਪੰਨਾ ਬੋਲੀਆਂ ਫੇਸਬੁੱਕ ਤੇ ਚੱਲ ਰਿਹਾ ਸੀ ਜੀ, ਉਹ ਮੇਰੇ ਜਿਹੜੇ ਪੁਰਾਣੇ ਸੱਭਿਆਚਾਰਕ ਬੰਦੇ ਸੀ ਉਹ ਕਹਿਣ ਲੱਗੇ ਯਾਰ ਵੀ ਹੁਣ ਬਹੁਤ ਹੋ ਗਿਆ, ਇਹਨਾਂ ਨੂੰ ਤੂੰ ਬਹੁਤ ਕੁਛ ਦਿੱਤਾ ਤੇ ਤੂੰ ਸਾਡੇ ਕਿ ਨਹੀਂ ਮੁੜ। ਪਰ ਮੈਂ ਇਹ ਲਗਭਗ 102 ਬੋਲੀਆਂ ਦੀ ਬੁੱਕ ਆ ਜਿਹੜੀ ਉਹ ਛਪਣੀ ਦੇ ਚੁੱਕਾ ਜੀ, ਤੇ ਮੈਂ ਵੀ ਇਸ ਪਾਸੇ ਗਿਆ ਕਿਉਂਕਿ ਸਾਡਾ ਫਰਜ਼ ਸੀ, ਸਾਡਾ ਮਾਂ ਪਿਓ ਹੈ, ਉਹਨਾਂ ਤੇ ਮੁਸੀਬਤ ਹੈ,
ਤੇ ਅਸੀਂ ਭਾਵੇਂ ਕਲਾਕਾਰ ਆ ਭਾਵੇਂ ਟੀਚਰ ਆ, ਮੈਂ ਤਾਂ ਹਰ ਵਰਗ ਨੂੰ ਉਹਦੀ ਬੇਨਤੀ ਕੀਤੀ ਸੀ ਡੇਲੀ ਇੱਕ ਬੋਲੀ ਪਾ ਕੇ ਵੀ ਬਾਈ ਰਲ ਜੋ ਨਾਲ ਇਹਨਾਂ ਤੇ ਆਪਣਾ ਹੱਕ ਬਣਦਾ ਇਹ ਆਪਣੀ। ਤੇ ਇਸ ਕਰਕੇ ਮੈਂ ਚਾਹੁੰਦਾ ਵੀ ਵਧੀਆ ਗੱਲ ਹੈ, ਚਲੋ ਘੱਟੋ ਘੱਟ ਇੱਕ ਤਾਂ ਧੂਮ ਧੜਕਿਆ ਬਸ ਉਹ ਖਤਮ ਹੋਏ। ਇੱਕ ਗੱਲ ਦਾ ਕੰਮ ਦੀ ਕਰਨ ਲੱਗਾ ਨਾ ਸੀ, ਬਿਲਕੁਲ ਘੱਟੋ ਘੱਟ ਹਰ ਸਿਆਣਾ ਨਿਆਣਾ ਜਾਂ ਮੂਹਰੇ ਆਉਣ ਵਾਲੇ ਇਤਿਹਾਸ ਦੇ ਵਿੱਚ ਗੱਲਾਂ ਯਾਦਾਂ ਬਣਨੀਆਂ ਇਹ ਵੀ ਯਾਰ ਇੰਨਾ ਲੰਮਾ ਸੰਘਰਸ਼ ਐਂ ਚੱਲਿਆ ਸੀ। ਉਸ ਸੰਘਰਸ਼ ਦੇ ਵਿੱਚੋਂ ਜਿਵੇਂ ਚਿੜੀ ਵਾਲੀ ਗੱਲ ਹੈ ਵੀ ਤੁਮਕਾ ਵਿੱਚ ਪਾਣੀ ਜਾਂ ਪਾਇਆ ਸੀ ਅੱਗ ਬੁਝਾਉਣ ਨੂੰ, ਤੇ ਹਰੇਕ ਬੰਦੇ ਦਾ ਇਹ ਤਾਂ ਪਤਾ ਲੱਗੂ ਵੀ ਉਹਨੇ ਯੋਗਦਾਨ ਪਾਇਆ ਸੀ। ਤੇ ਕਲਾਕਾਰਾਂ ਦਾ ਹੱਕ ਹੀ ਬਣਦਾ। ਮੈਂ ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦਾ ਵੀ ਬਾਈ ਜਿਹੜੀ ਖਿੱਚ ਤੂੰ ਆ ਨਾ ਆਪਦੀ ਛੱਡੋ, ਸਿਰ ਤੇ ਤੁਸੀਂ ਕਿਸਾਨਾਂ ਦੇ ਪੁੱਤ ਬਣ ਕੇ ਕਿਸਾਨਾਂ ਜਿੰਨਾ ਕਰ ਸਕਦੇ ਕਰੋ। ਉੱਥੇ ਹੁਣ ਦੇਖੋ ਵੀ ਆਮ ਡਾਊਟ ਕਰਾ 7-7 ਦਿਨ ਇੱਕ ਬੰਦਾ ਉੱਥੇ ਰਹਿੰਦਾ, ਬਿਲਕੁਲ 7 ਦਿਨ ਉਹ ਲੈਕਚਰ ਵੀ ਸੁਣਦੇ ਆ, ਹੋਰ ਵੀ ਸੁਣਦੇ ਆ, ਉਹਨੇ ਮਨ ਵੀ ਪਰਚਾਉਣਾ। ਨਾ ਇਹਦਾ ਮਨ ਪਰਚਾਇਆ ਇਹਨਾਂ ਨੇ ਵੱਖਰਾ ਕਲਾਕਾਰ ਰਿਹਾ ਵੀ ਵਧੀਆ ਗੱਲ ਤੇ ਨਾਲੇ ਸੰਘਰਸ਼ ਦੇ ਵਿੱਚ ਉਤਸ਼ਾਹ ਬਣਦਾ। ਬਿਲਕੁਲ ਚੰਗੀ ਗੱਲ ਹੈ। ਸਿੱਧੂ ਸਾਹਿਬ ਅੱਗੇ ਜੇ ਆਪਾਂ ਚੱਲੀਏ ਗੱਲ ਕਰੀਏ ਤਾਂ ਕਿੰਨੀਆਂ ਕੁ ਟੀਮਾਂ ਅੱਜ ਤੱਕ ਤੁਸੀਂ ਤਿਆਰ ਕਰ ਚੁੱਕੇ ਹੋਗੇ? ਦੇਖੋ ਜਿਹੜੀਆਂ ਤਾਂ ਜਿਵੇਂ ਅਸੀਂ ਜਦੋਂ ਸਾਡਾ ਐਜ ਏ ਕਲੱਬ ਚਾਲੂ ਹੁੰਦਾ ਸੀਗਾ ਉਦੋਂ ਅਸੀਂ 5 ਟੀਮਾਂ ਤਿਆਰ ਕੀਤੀਆਂ ਸੀ ਮੈਕਸਿਮਮ, ਕਿਉਂਕਿ ਕਲੱਬ ਦੇ ਰੂਪ 'ਚ ਕੋਈ ਟੀਮ ਦਾ ਮੈਂਬਰ ਬਣਨ ਨੂੰ ਤਿਆਰ ਨਹੀਂ ਸੀ। ਕਲੱਬ ਹੁੰਦਾ ਹੈ ਵੀ ਕਿਸੇ ਨਾਲ ਸਾਈ ਨਹੀਂ ਮੂੰਹ ਪਾੜ ਕੇ ਰਹਿਣੀ, ਜੋ ਅਗਲੇ ਨੇ ਮਾਨਦਾਨ ਕਰਤਾ ਤੇ ਉਹਦੇ 'ਚ ਹਿੱਸੇ ਬੰਦਾ ਹਿੱਸਾ ਦੇ ਦੇਣਾ। ਉਦੋਂ ਇਹ ਰੁਜ਼ਗਾਰ ਦਾ ਸਾਧਨ ਨਹੀਂ ਕਹਿੰਦਾ, ਸ਼ੌਂਕ ਦਾ ਸਾਧਨ ਨਹੀਂ ਸੀ, ਕਿਉਂਕਿ ਸਾਰੀ ਰਾਤ ਲਾ ਕੇ ਖਾਲੀ 100 ਦੀ ਤੜਕੇ ਨੂੰ ਮਰਿਆ ਗਈ। ਜਦੋਂ ਹੁੰਦੇ ਨਹੀਂ ਸੀ, ਜਿੰਨੇ ਹੁੰਦੇ ਸੀ ਬਣਦੇ ਸੀ, ਸਾਹਮਣੇ ਰੱਖੇ ਹੁੰਦੇ ਵੀ ਆਹ ਚੱਕਾ ਗੱਡੀ ਵਾਲੇ ਤੇ ਭਾਈ ਆਹ ਤੁਸੀਂ ਖਾ ਪੀ ਲਿਆ, ਆਹ ਬਕਾਇਆ ਚੱਕ ਲਓ। ਪਰ ਉਦੋਂ ਸ਼ੌਂਕ ਸੀ। ਹੁਣ ਕੀ ਹੈ, ਹੁਣ ਜਦੋਂ ਕੋਈ ਗਿੱਧਾ ਤਿਆਰ ਕਰਦਾ ਉਹ ਇੱਕ ਬੰਦਾ ਮੋਢੀ ਦੇ ਰੂਪ 'ਚ ਤਿਆਰ ਕਰਦਾ ਆਪਦੇ ਨਾਂ ਥੱਲੇ, ਉਹੀ ਆਪਦੇ ਘਰ ਛੋੜਦਾ। ਉਹ ਜੋ ਕੀ ਕਰਦਾ ਵੀ ਬਾਕੀ ਮੈਂਬਰ ਕਿਹੜੇ ਲੈ ਜਾਣੇ ਕਿਵੇਂ ਲੈ ਜਾਣੇ, ਮੈਨੂੰ ਸਸਤੇ ਕਿਹੜੇ ਮੈਨੂੰ ਉਹ ਫਿਕਸ ਕਰਦੇ। ਪਰ ਜਿੱਥੋਂ ਤੱਕ ਮੇਰੇ ਆਪ ਦੇ ਨਿੱਜੀ, ਮੈਂ ਜ਼ਿਆਦਾ ਟੀਮਾਂ ਨਹੀਂ ਆਪਦੇ ਰੱਖਾਂ, ਭਾਵੇਂ ਜਿਹੜੇ ਨਿਕਲ ਜਾਣਾ ਆਪਾਂ ਕਹਿੰਦੇ ਮਾਰਦਾਰੀ ਆਪਾਂ ਤੈਨੂੰ ਕਿਹੜਾ ਓਲਾ ਦੇਣਾ ਸੀ ਦੇਦਾ, ਹੁਣ ਤੂੰ ਜੋ ਮਰਜ਼ੀ ਕਰ। ਜਿਹੜਾ ਸੁਣਦਾ ਉਹ ਦੱਸੀ। ਹੁਣ ਵੀ ਇਸ ਵਾਰ ਮੇਰੇ ਕੋਲ ਸਿਰਫ 4 ਟੀਮਾਂ ਉਹ ਹੈ ਜਿਹੜੀਆਂ ਮੈਂ ਕਹਾਂ ਜਾਂ ਨਾ ਕਹਾਂ ਉਹ ਮਲਵਈ ਦਾ ਰੂਪ ਵੀ ਪੇਸ਼ ਕਰਕੇ ਆਉਂ। ਫਿਰ ਬੱਚਿਆਂ ਨਾਲ ਧੱਕਾ ਨਹੀਂ ਕਰਾਂਗੇ, ਉਹ ਫਿਕਸ ਬੰਦੇ ਰੱਖਿਆ ਉਹਨਾਂ ਨੇ। ਬਿਲਕੁਲ ਜਿਹੜੀਆਂ ਆਮ ਟੀਮਾਂ ਸਾਡੇ ਇੱਥੇ ਏਰੀਏ 'ਚ ਮੈਨੂੰ ਲੱਗਦਾ ਵੀ 50 ਟੀਮਾਂ ਤਾਂ ਇੱਥੇ ਨੇੜੇ ਨੇੜੇ ਕੋਠਾ ਗੁਰੂ ਹੋਇਆ, ਜਾਲਪੁਰਾ ਹੋਇਆ, ਕਲਿਆਣ ਹੋਈ, ਕਲਿਆਣ 'ਚ 27-28 ਟੀਮਾਂ ਕੱਲੀ 'ਚ ਹੋਣਗੀਆਂ। ਥਾਣੇ ਦੇ ਮੁੰਡੇ ਵੀ ਹੈਗੇ, ਬਾਘੇ ਪੁਰਾਣੇ ਦੇ ਵੀ ਹੈਗੇ, ਵੀ ਇਹ ਤਾਂ ਸਾਡੇ ਧਿਆਨ 'ਚ ਹੈ। ਕੁਛ ਟੀਮਾਂ ਕਾਲਜ ਲੈਵਲ ਤੇ ਤਿਆਰ ਹੋਈਆਂ, ਉਹ ਮੁੰਡੇ ਬਾਅਦ 'ਚ ਉਹਨਾਂ ਨੂੰ ਹੁੰਦਾ ਵੀ ਯਾਰ ਕਰਨਾ ਕੁਛ ਵੀ ਨਹੀਂ, 20 ਬੋਲਣਾ 20 ਲੈਣਾ ਬਸ ਜਾ ਚਾਹੀਦੇ ਤੇ ਟਾਈਮ ਕੱਟ ਮੈਂ ਕਿਉਂਕਿ 15 ਮਿੰਟ ਤੋਂ ਫਿਰ ਕਰਤਾ, ਫਿਰ ਬਹਿ ਗਏ। ਕਿਹੜਾ ਲਗਾਤਾਰ ਹੁਣ ਜਿੱਦਾਂ ਰਾਤ ਨੂੰ ਚੰਗੀਆਂ ਮਿਲਾਂ ਲੰਗਾ ਹੋਣ ਤੇ 8 ਵਜੇ ਆਏ ਹੁਣ ਹਾਲ 'ਚ ਜਿਵੇਂ ਜੱਟ ਕਹਿੰਦੇ ਤੇ ਤੜਕੇ ਬਾਬੇ ਦੇ ਬੋਲੇ ਤੋਂ ਵੀ ਹੁਣ ਹਟ ਜਗੇ ਯਾਰ, ਬਾਬਾ ਬੋਲ ਪਿਆ ਰਹਿ ਕਰਨੀ ਫਿਰ ਵੀ ਹਟ ਜਗੇ। ਬਹੁਤ ਸਾਰੀਆਂ ਕੈਸਟਾਂ ਜਿਹੜਾ ਪੁਰਾਣਾ ਕੈਸਟਾਂ ਹੁਣ ਵੀ ਸੁਣਨ ਨੂੰ ਮਿਲਦੇ ਨੇ, ਉਹ ਕੈਸਟ ਤੇ ਤੜਕੇ ਜਦੋਂ ਬਾਬਾ ਜੀ ਕਹਿੰਦੇ ਸਤਿਨਾਮ ਸ੍ਰੀ ਵਾਹਿਗੁਰੂ ਇੱਧਰੋਂ ਲਾਲਾ ਹੋ ਜਾਂਦੇ ਨੇ, ਤੇ ਫਿਰ ਉੱਥੇ ਅਸੀਂ ਕਹਿੰਦੇ ਵੀ ਬਾਈ ਹੁਣ ਆਪਾਂ ਗਿੱਧਾ ਬੰਦ ਕਰ ਦਈਏ ਜੀ। ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋ ਗਈ, ਬਾਬਾ ਜੀ ਹੁਣ ਬਾਣੀ ਪੜ੍ਹਦੇ, ਆਪਾਂ ਬੰਦ ਕਰ ਦੇ ਚੰਗੇ। ਪਰ 1-2 ਦਾ ਚਾਂਸ ਇਹੋ ਜਿਹੇ ਹੋਏ ਵੀ ਉਦੋਂ ਵੀ ਨਹੀਂ ਬੰਦ ਹੋਣ ਦਿੱਤਾ, ਕਿਉਂਕਿ ਮਲਵਈ ਗਿੱਧੇ ਵਾਲਿਆਂ ਦਾ ਜਾਂ ਮਾਤਾ ਦੇ ਗਿੱਧੇ ਦਾ ਇਹ ਰੂਲ ਹੈ ਵੀ ਜਿੰਨਾ ਚਿਰ ਲੇਡੀ ਨੱਚਣ ਵਾਸਤੇ ਤਿਆਰ ਹੈ ਵੀ ਮੈਂ ਖੜੀ ਪਾ ਬੋਲੀ ਉਹਦੇ 'ਚ ਭੱਜਦੇ ਪਿੰਡ ਦੇ ਵਿੱਚੋਂ ਭੱਜਦੇ ਤੇ ਦੁਬਾਰਾ ਵੀ ਬੋਲੀ ਪਾ ਦਿੰਦੇ ਸੀਗੇ ਬਸ ਇੱਕ ਵਾਰ ਜਿਹੜੀ ਪੈ ਗਈ ਉਹ ਨਹੀਂ। ਜੇ ਤਾਂ ਕੋਈ ਮੰਗ ਹੋ ਜਾਂਦਾ ਦੁਬਾਰਾ ਪੈਣੇ ਨਹੀਂ ਪੈਂਦੀ, ਨਹੀਂ ਤਾਂ ਫਿਰ ਸਾਰਿਆਂ ਦੰਗ ਨਹੀਂ ਚੱਲੇ। ਕਿਉਂਕਿ ਪਤਾ ਕੀ ਉਦੋਂ ਨਾ ਲੜੀ ਦੀਆਂ ਬੋਲੀਆਂ ਹੁੰਦਾ ਸੀ, ਲੜੀ ਫਰਦਿਆਂ ਨੂੰ ਵੀ ਥਾਂ ਦੇਖ ਲਿਆ ਵੀ ਇੱਥੇ ਮੇਲਣਾ ਦਾ ਟਸਲ ਦੀ ਹੈ, ਸਿੰਪਲ ਕਿੱਦਾਂ ਟਕਾ ਕੇ ਪਾਉਣਾ ਤਾਂ ਉੱਥੇ ਪੂਰਨ ਭਗਤ ਹੋ ਰਿਹਾ ਤੇ ਸਾਰਾ ਪੂਰਨ ਭਗਤ ਦਾ ਚਿੱਠਾ ਚੜਾਤਾ ਧਾਰੂ ਬੋਲੇ ਪਈ। ਫਿਰ ਲੋੜ ਪਈ ਕਿਸੇ ਮਾਂ ਕਰੀ ਯਾਰ ਬੇਗੋ ਸੁਣਾ ਦੇ, ਕਿਸੇ ਨੇ ਜਦੋਂ ਭਾਬੀ ਦੇ ਹੋ ਸਾਰੇ ਵੀ ਐ ਜਦੋਂ ਚੱਲ ਪਗਾ ਦਾ 20-30 ਬੋਲਣਾ ਜਾਂ 100 ਬੋਲੀ ਇਕੱਠੀ ਚੱਲਦੀ ਸੀ, ਉਹ ਯਾਦ ਕਰਨਾ ਵੀ ਸੌਖਾ ਹੁੰਦਾ ਸੀ। ਹੁਣ ਜੇ ਅੱਜ ਕੱਲ੍ਹ ਬੱਚੇ ਇੱਕ ਬੋਲੀ ਤੁਸੀਂ ਮੇਰੇ ਵੀ ਲੱਖ ਬੋਲ ਗਏ, ਤੁਸੀਂ ਮੈਨੂੰ ਕੋਈ ਭਾਬੀ ਦਾ ਸਰ ਅਜੇ ਮੈਂ ਸੁਣਾ ਕੇ ਹਟੇ, ਤੁਸੀਂ ਨਾਲ ਆਏ ਕਦੋਂ ਤੇ ਕੋਲੋਂ ਇਹ ਐ ਦਿਮਾਗ ਸੋਚਣਾ ਵੀ ਕਿੱਥੋਂ ਦੀ ਚੱਕਾ ਕਿਹੜੀ ਸੀ। ਠੀਕ ਹੈ, ਜਦੋਂ ਇੱਕ ਪਾਸੋਂ ਰੀਤ ਚੱਲ ਪੈਂਦੀ ਹੈ ਜੀ, ਗੁਰਦੱਤ ਵੀ ਬਾਈ ਕੀ ਕਰਦਾ ਸੀ ਬੋਲੀਆਂ ਪਾਈ ਜਾਂਦਾ, ਜਦੋਂ ਮੈਨੂੰ ਇੱਧਰੋਂ ਕੋਈ ਮੰਗ ਹੋ ਜਾਂਦੀ ਵੇਚਦੀ ਤਾਂ ਮੈਨੂੰ ਪਤਾ ਹੁੰਦਾ ਸੀ ਵੀ ਜੇ ਉਹਨੇ ਕਹਿੰਦਾ ਇੱਕ ਤਾਂ ਪਤਾ ਇੱਕ ਵਾਲੇ ਅਸੀਂ
ਨਾ ਇਹ ਬੋਲਦੇ ਨਾ ਇਹ ਗੱਲ ਕਰਦੇ, ਪਤਾ ਨਹੀਂ ਸੀਗਾ ਲੋਕਾਂ ਨੂੰ ਅਸੀਂ ਬੋਲੀ ਚੱਕੀ ਬੈਠੇ ਨੇੜੇ ਕਰਕੇ। ਹਾਂ ਵੀ ਉਹ ਯਾਰ ਦਿਲ ਭਰਜਾਈ ਦੀ ਬੋਲੀ ਮਾਰਿਆ, ਦਿਲ ਭਰਜਾਈ ਉਹਦੀ ਹੁਣ ਲੜੀ ਪਤਾ ਨਹੀਂ ਕਿਹੜੀ ਚੱਲੀ ਜਾਂਦੀ ਹੁੰਦੀ ਸੀ। ਜੇ ਉਹਨੂੰ ਲੜੀ ਬਦਲਣ 'ਚ ਮੁਸ਼ਕਲ ਆਉਂਦੀ ਤਾਂ ਇੱਕ ਪਾ ਦੇ ਉਹ 2 ਵਾਰੀ ਕਹਿਣਾ, ਆਪਾਂ ਇੱਕ ਪਾ ਨਹੀਂ ਮੁੜ ਕੇ ਉਹ ਫਿਰ ਲੜੀ ਫੜ ਜਾਣਾ। ਵੀ ਯਾਦ ਰੱਖਣ ਦੇ ਵਾਸਤੇ ਕੋਈ ਤਰਤੀਬ ਹੋਣੀ ਚਾਹੀਦੀ। ਹੁਣ ਮੁੰਡਿਆਂ ਕੋਲ ਪਹਿਲੀ ਗੱਲ ਤਾਂ ਬੋਲੀਆਂ ਹੀ ਨਹੀਂ। ਮੇਰੀਆਂ ਜਿਹੜੀਆਂ ਮੈਂ ਪਾਵਾਂ ਕਿਤਾਬ ਲਿਖੀ ਹੈ, ਉਹਦੇ 'ਚ ਮੈਂ ਸ਼ਾਰਟ ਕੀਤਾ ਸੀ ਵੀ ਜੇ ਕਿਸੇ ਨੇ ਹੀਰ ਸੁਣਿਆ ਤਾਂ 16 ਬੋਲੀਆਂ ਛੋੜ, ਜੇ ਕਿਸੇ ਨੇ ਮਿਰਜ਼ਾ ਸੁਣਨਾ 13 ਬੋਲੀਆਂ ਛੋੜ ਐਂ ਕਰ ਰਿਹਾ ਸੀ ਵੀ ਯਾਦ ਕਰ। ਪਰ ਉਹਦੇ ਵਿੱਚੋਂ ਮੈਨੂੰ ਲੱਗਦਾ ਕੱਲੀਆਂ ਜਿਹੜੀਆਂ ਬੋਲੀਆਂ ਨਾ ਮੇਲ ਨਾਲ ਸੰਬੰਧ ਹੈ, ਉਹ ਤਾਂ 5-7 ਵਿਸ਼ਾ ਕਿਸੇ ਯਾਰ ਹੁਣ ਯਾਦ ਨਹੀਂ ਹੁੰਦਾ ਜੀ, ਕਿਉਂਕਿ ਕਿਤਾਬ ਲੈ ਜਾਂਦੇ ਯਾਦ ਕਰਦੀ ਯਾਦ ਇੱਕ ਕਰਨਾ ਉਹਨੇ ਇੱਕ ਪੈਨ ਨਾਲ ਜੇ ਬੋਲੀਆਂ ਆਪਾਂ ਪਾਵਾਂਗੇ ਤਾਂ ਬੋਲੀਆਂ ਫੇਰ ਯਾਦ ਹੋਣਾ। ਤੁਹਾਨੂੰ ਇਹ ਲੱਗਦਾ ਵੀ ਜਿਵੇਂ ਪੰਜਾਬੀ ਮਾਂ ਬੋਲੀ ਹੈਗੀ ਉਸ ਨੂੰ ਵਿਸਾਰਦੇ ਜਾ ਰਹੇ ਨੇ, ਪੜ੍ਹਾਈ ਆ ਜਿਹੜੀ ਉਹ ਛੱਡਦੇ ਜਾ ਰਹੇ ਨੇ, ਨੌਜਵਾਨ ਐਕਸਟਰਾ ਕਿਤਾਬਾਂ ਹੀ ਪੜ੍ਹਨੋਂ ਹਟ ਗਿਆ। ਹਾਂ, ਇਹ ਪੁਸਤਕ ਜਿਹੜਾ ਸੱਭਿਆਚਾਰ ਉਹਨੂੰ ਕਾਫੀ ਘਟਾਤਾ। ਵੈਸੇ ਹੁਣ ਮੈਂ ਪਿਛਲੇ 1.5 ਸਾਲ ਤੋਂ ਇੱਕ ਚੀਜ਼ ਦੇਖ ਰਿਹਾ ਵੀ ਕਾਫੀ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਇਸ ਉਪਰਾਲੇ ਤੇ ਲੱਗੇ ਹੋਏ ਵੀ ਕਿਸੇ ਨੇ ਪੁਸਤਕ ਮੇਲਾ ਲਵਾਤਾ, ਕਿਸੇ ਨੇ ਕਿਤਾਬਾਂ ਦੀ ਵੰਡ ਸ਼ੁਰੂ ਕਰਤੀ, ਕਿਸੇ ਨੇ ਫ੍ਰੀ ਕਿਤਾਬਾਂ ਦੇ ਦਿੱਤੀਆਂ। ਕਾਫੀ ਮਤਲਬ ਹੋਇਆ, ਅੱਗੇ ਨਾਲੋਂ ਫਰਕ ਹੈ। ਸਨ ਚੋਂ ਮਤਲਬ ਲਗਭਗ ਦਹਾਕਾ ਇੱਕ ਇਕੱਲੇ ਮੋਬਾਈਲ ਤੋਂ ਬਿਨਾਂ ਕੋਈ ਚੀਜ਼ ਨਹੀਂ ਸੀ, ਨਾ ਸਕੂਲ ਦੀ ਕਿਤਾਬ, ਲਾਇਬ੍ਰੇਰੀਆਂ ਬੰਦ ਸੀ, ਪਾਸਿਓਂ ਕਿਤਾਬ ਖਰੀਦਣੀ ਤਾਂ ਲੋਕ ਸ਼ਰਮ ਸਮਝਣ ਲੱਗ ਗਏ ਸੀ। ਰਸਾਲਾ ਖਰੀਦਦਾ ਮੈਂ ਦੇਖਿਆ ਸੀ। ਇੱਕ ਵਾਰੀ ਮੈਂ ਖੁਦ ਚੰਡੀਗੜ੍ਹ ਖੜਾ ਸੀ, ਸਰੀ ਆਹੀ ਗੱਲ ਚੱਲ ਗਈ ਸੀ। ਮੈਂ ਕਿਹਾ ਆਪਣੀ ਬੱਸ ਵਿੱਚ ਘੰਟਾ ਪਾਏ ਦੇਖ ਵੀ ਅੱਜ ਕਿੰਨੀਆਂ ਕਿਤਾਬਾਂ ਦੇਖਦੇ। ਸਟਾਲ ਦੇ ਉੱਤੇ ਅਸੀਂ ਖੜੇ ਰਹੇ, ਤਕਰੀਬਨ ਮੈਂ ਨਹੀਂ ਦੇਖਿਆ ਵੀ ਕੋਈ 30 ਸਾਲ ਤੋਂ ਛੋਟਾ ਮੁੰਡਾ ਆ ਕੇ ਤੇ ਕਿਤਾਬ ਐ ਚੱਕੀ ਘੰਟੇ ਦੇ ਵਿੱਚ। ਅਸੀਂ ਚਾਹ ਪਾਣੀ ਪੀ ਗਏ, ਖੜੇ ਰਹੇ ਦੋਨੇ। ਮਤਲਬ 1 ਘੰਟੇ ਦੇ ਵਿੱਚ ਕਿਸੇ ਬਜ਼ੁਰਗ ਨੇ ਜਾਂ ਹੋਰ ਨੇ ਆ ਕੇ ਕੋਈ ਰਸਾਲਾ ਕਿਤਾਬ ਫੜ ਲਈ ਹੋਵੇ ਤਾਂ ਓਕੇ। ਜਿਹੜਾ 30-35 ਸਾਲ ਤੋਂ ਛੋਟਾ ਵਰਗ ਸੀ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ, ਕੋਈ ਕਰੀ ਜਾਂਦਾ ਸੀ ਘਰੇ, ਫੋਨ ਦੀ ਲੱਗੇ ਪਏ, ਕਿਤਾਬਾਂ ਨਹੀਂ ਝਾੜਦੇ। ਇਸੇ ਕਰਕੇ ਕਲਚਰ ਸੀ ਪਿੱਛੇ ਹੋ ਗਿਆ, ਪੰਜਾਬੀ ਨੇ ਪਿੱਛੇ ਹੋਣਾ ਕਿਉਂਕਿ ਫੋਨ ਦੇ ਉੱਤੇ ਇੱਕ ਸਿਸਟਮ ਹੈ। ਹੁਣ ਤਾਂ ਪੰਜਾਬੀ ਲਿਖਤ ਪੜ੍ਹਤ ਜੀ ਹੋਣ ਲੱਗ ਗਈ, ਪਹਿਲਾਂ ਹੁੰਦੀ ਸੀ। ਤੇ ਜੇ ਕਿਸੇ ਨੇ ਲਿਖਣਾ ਸੁਨੇਹਾ ਭੇਜਣਾ ਮੈਸੇਜ ਜਿਹਨੂੰ ਕਹਿੰਦੇ ਤਾਂ ਉਹ ਕਹਿੰਦਾ ਸੀ ਮੈਂ ਬਾਈ ਕੱਲ ਨੂੰ ME ਮੈਂ, ਜਦੋਂ ਮੈਂ ਬਣਦਾ ਮੀ ਬਣਦਾ, ਮੈਂ VI ਬਾਈ KL ਕੱਲ ਕਿਵੇਂ ਤਾਂ KL ਕੱਲ ਆਊਗਾ। ਉਹਦੇ ਵੀ ਪੰਜਾਬੀ ਨੂੰ ਅੰਗਰੇਜ਼ੀ ਲਿਖਦੇ ਸੀ ਤੇ ਪੰਜਾਬੀ ਪਿੱਛੇ ਹੋਵੇ ਕਿਵੇਂ। ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਿਹੜੀਆਂ ਸਿਰਾਂ ਦੀਆਂ ਪੱਗਾਂ ਸੀ ਉਹ ਵੀ ਲਾ ਕੇ ਰੱਖਦੇ ਸੀ ਨੌਜਵਾਨਾਂ ਨੇ ਵੱਡੇ ਪੱਧਰ ਤੇ। ਇਹ ਤਾਂ ਮੇਰੇ ਯਾਦ ਨਹੀਂ, ਇਹ ਮੇਰਾ ਖਿਆਲ 95-96 ਚ ਬੜਾ ਕੁਛ, ਹਾਂ ਲਗਭਗ 95-96 ਚ ਬਹੁਤ ਜ਼ਿਆਦਾ। 2000 ਤੱਕ ਮੈਂ ਸਰਕਾਰੀ ਸਕੂਲ ਚ ਹੁੰਦਾ ਸੀ ਬਤੌਰ ਮੈਥ ਮਾਸਟਰ ਜੀ, ਤੇ ਉਧਰੋਂ ਮੇਰੇ ਕੋਲ ਹਿਸਟਰੀ ਐਵੇਂ ਹੋਣ ਕਰਕੇ ਨਾ ਮਤਲਬ ਹਿਸਟਰੀ ਮੈਂ ਪਲੱਸ 2 ਨੂੰ ਪੜ੍ਹਾਉਂਦਾ ਸੀ, ਇੰਚਾਰਜ ਵੀ ਸੀ। ਤੇ ਇੱਕ ਵਾਰੀ ਮਤਲਬ ਅਸੀਂ ਦੇਖਿਆ ਵੀ ਸਾਡੀ ਕਲਾਸ ਨੂੰ ਸਕੂਲ ਦੇ ਵਿੱਚ ਥੋੜ੍ਹੀ ਜਿਹੀ ਨਫ਼ਰਤ ਨਾਲ ਦੇਖਣਾ, ਜਿਵੇਂ ਆਪਾਂ ਕਹਿੰਦੇ ਸ਼ਰਾਰਤੀ ਕਲਾਸ ਹੈ। ਹਰ ਟੀਚਰ ਜਿਹੜਾ ਕਿਸੇ ਕਲਾਸ ਦਾ ਇੰਚਾਰਜ ਉਹਨੂੰ ਨਾ ਹੁੰਦਾ ਵੀ ਮੇਰੀ ਕਲਾਸ ਦਾ ਨਾਮ ਮਾੜਾ ਜੀ। ਮੈਂ ਸਟੂਡੈਂਟਸ ਨਾਲ ਗੱਲ ਕੀਤੀ, ਮੈਂ ਖੈਰ ਗੱਲ ਸੁਣੋ ਆਪਣਾ ਨਾਂ ਹੋਗਾ ਬਦਨਾਮ ਹੋਗਾ। ਕਹਿੰਦੀ ਕਿਉਂ? ਮੈਂ ਕਿਹਾ ਬਸ ਤੋਰੇ ਫਿਰ ਛੋਟੀਆਂ ਮੋਟੀਆਂ ਗਲਤੀਆਂ ਕਰੀਏ ਨਾ ਬਦਨਾਮ ਹੋਗਾ ਵੀ ਆਪਾਂ ਇਹਨੂੰ ਸੁਧਾਰ ਗਏ। ਕਹਿੰਦੀ ਦੱਸੋ ਕੀ ਹੱਲ ਕਰ। ਮੈਂ ਉਦੋਂ ਆਪਦੀ ਸੋਚੀ, ਮੈਂ ਕਿਹਾ ਵੀ ਜੀ ਕੱਲ ਤੋਂ ਆਪਾਂ ਸਾਰੇ ਪੱਗਾਂ ਬੰਨ੍ਹਣ ਲੱਗੇ, ਕਿਉਂਕਿ ਸਾਡੇ ਸਕੂਲ 'ਚ 9 ਕੇ 10 ਹੀ ਪੱਗਾਂ ਹੁੰਦੀਆਂ ਸੀ ਜੀ। 450 ਜਵਾਕ ਦੇ ਵਿੱਚੋਂ 9-10 ਪੱਗਾਂ। ਫੈਸਲਾ ਹੋਵੇ ਠੀਕ ਹੈ। ਸਰਦਾਰ ਮੁਕੱਦਸ ਸਿੰਘ ਸੀ ਕੋਠੇ ਦੇ ਖੇਤੀਬਾੜੀ ਮਾਸਟਰ ਜੀ। ਮੈਂ ਕਿਹਾ ਬਾਈ ਪੱਗਾਂ ਲੈ ਜਾਂਦੇ ਆਪਦੀਆਂ ਲਗਾ ਹੋਰ। ਮੈਂ ਤਾਂ ਅਸੀਂ ਜੀ ਪੱਗਾਂ ਇਕੱਠੀਆਂ ਕਰਕੇ ਉਹ ਸਕੂਲ 'ਚ ਲੈ ਗਏ, ਅੱਧਾ ਘੰਟਾ ਪਹਿਲਾਂ ਜਾ ਵੜੇ ਤੇ ਕਿਸੇ ਨੂੰ ਦੱਸਿਆ ਸੀ ਸਾਰਿਆਂ ਦੇ ਪੱਗਾਂ 'ਚ ਜਾ ਰਹੀਆਂ ਬੰਨ੍ਹਣੀਆਂ ਤਾਂ ਆਉਂਦੀਆਂ ਸੀ। ਜਦੋਂ ਪੱਗਾਂ ਇੱਕੋ ਟਾਈਪ ਦੀਆਂ ਜੱਜ ਗਈਆਂ ਵੱਧ ਤੋਂ ਵੱਧ 2 ਟਾਈਪ ਦੀਆਂ ਹੋਊਗਾ ਤੇ ਕੱਢੇ ਪ੍ਰਾਰਥਨਾ ਲਾਈਨ ਬਣਾਈ ਵੀ ਸਾਰੇ ਝੱਖਣ ਐਸਾ। ਉਦੋਂ ਬਾਅਦ ਜਦੋਂ ਕੋਈ ਗੱਲ ਵਧੀਆ ਬਾਣੀ ਹੋਵੇ, ਅਜੇ ਸਾਨੂੰ 4 ਦਿਨ ਹੀ ਹੋਏ ਸੀ ਜੀ, ਤੇ ਕਲਾਸ ਮੇਰੀ ਬਾਹਰ ਬੈਠੀ ਗੇਟ ਦੇ ਨੇੜੇ, ਮੈਡਮ ਪੜ੍ਹਾ ਰਹੇ ਸੀ ਤੇ ਡੀਓ ਦਫ਼ਤਰ ਤੋਂ ਬੰਦੇ ਦਫ਼ਤਰ 'ਚ ਆ ਗਏ। ਉਹਨੇ ਆਉ ਸਰ ਕਹਿੰਦੇ ਯਾਰ ਤੁਹਾਡਾ ਸਕੂਲ ਕੀ ਚੈੱਕ ਕਰ ਰਿਹਾ ਕਿ ਕੀ ਗੱਲ।
ਕਹਿੰਦੇ ਯਾਰ ਪਹਿਲਾ ਸਕੂਲ ਦੇਖਿਆ ਸਾਰਾ ਸਕੂਲ ਪੱਗਾਂ ਨਹੀਂ ਬੈਠਾ, ਜਦੋਂ ਕੋਈ ਦੂਜੇ ਬੱਚੇ ਦਾ ਅੰਦਰ ਸੀ ਜੀ ਕੱਲੀ ਪਲੱਸ 2 ਦੇ ਗਿਆ ਜੋ ਸੀਨੀਅਰ ਨੇ ਉਹਨੇ ਤਾਂ ਹੋਊਗਾ। ਤੇ ਭਾਵੇਂ ਅਸੀਂ ਉਹਨੂੰ ਦੱਸਿਆ ਸੀ ਕਿ ਵੀ ਅਸੀਂ ਤਰਤੀਬ ਸ਼ੁਰੂ ਕੀਤੀ ਹੈ ਵੀ ਪਲੱਸ 2 ਆ ਗਈ, ਹੁਣ ਹੋ ਸਕਦਾ ਦੂਜੇ ਨੂੰ ਬਣਾਉਣ ਲੱਗੇ, ਸਾਰੇ ਤਾਂ ਨਹੀਂ ਹੈ। ਉਹ ਕਹਿੰਦੇ ਯਾਰ ਗੇਟ ਤੇ ਉਹ ਬੈਠੇ ਸਾਨੂੰ ਤਾਂ ਸਵਾਲ ਸੁਣਨੇ ਲੱਗੇ ਵੀ ਕਹਿੰਦੇ ਤੋਂ ਬਾਅਦ ਚੀਜ਼ ਤਾਂ ਸੀ, ਇਹਨੂੰ ਛੱਡਿਆ ਬਹੁਤ ਜ਼ਿਆਦਾ। ਹੁਣ ਜੇ ਕਈ ਵਾਰੀ ਕਹਿੰਦਾ ਆਪਾਂ ਧੱਕੇ ਨਾਲ ਕੋਈ ਚੀਜ਼ ਬਣਾਈ ਨਹੀਂ ਜਾਂਦੀ ਜੀ, ਕਿਉਂ ਗੁਰੂ ਸਾਹਿਬ ਨੇ ਤਾਂ ਖੁਦ ਖਿਲਾਫ ਸੀ ਵੀ ਧੱਕੇ ਨਾਲ ਤਾਂ ਧਰਮ ਚੇਂਜ ਕਰਨ ਨੂੰ ਕਿੰਨਾ ਕੋਸ਼ਿਸ਼ ਕੀਤੀ ਸੀ, ਹੋਏ ਜੀ ਵੀ ਜੇ ਜਨੂੰਨ ਲੈਣ ਨਹੀਂ ਦਿੱਤਾ ਧੱਕੇ ਨਾਲ ਤਾਂ ਫਿਰ ਪਾਇਆ ਵੀ ਨਹੀਂ, ਧੱਕਾ ਕੀਤਾ ਉਹਨੇ ਨਹੀਂ। ਗੁਰੂ ਸਾਹਿਬ ਨੇ ਦੇਖੋ ਮੈਂ ਭਾਵੇਂ ਅੰਮ੍ਰਿਤ ਨਹੀਂ ਛਕਿਆ, ਮੈਂ ਟੱਚ ਕਾਫੀ ਰਿਹਾ, ਇਤਿਹਾਸ ਵੀ ਪੜ੍ਹਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕੀਤਾ, ਉਹ ਵੀ ਸਾਰਾ ਗੁਰੂ ਇਤਿਹਾਸ ਬਾਰੇ ਕਾਫੀ ਧਿਆਨ ਰੱਖਦੇ ਜੀ। ਮੈਂ ਆਪਦੇ ਨਿਚੋੜ ਚ ਹੈ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਦਾ ਅਰਥ ਤੇ ਜਿਹੜਾ ਸਾਰਾ ਸਮਝਾਇਆ, ਤਿੰਨ ਹੀ ਸ਼ਬਦ ਸੀ ਜੀ ਵੀ ਜ਼ੁਲਮ ਕਰਨਾ ਨਹੀਂ, ਜ਼ੁਲਮ ਸਹਿਣਾ ਨਹੀਂ ਤੇ ਜ਼ੁਲਮ ਦੇਖਣਾ ਨਹੀਂ। ਇਹ ਤਿੰਨਾਂ ਦੇ ਵਿੱਚ ਸਾਰਾ ਕੁਛ। ਕਈ ਵਾਰੀ ਇਹ ਜੀ ਬਹਿਸ ਹੋਣ ਲੱਗੀ, ਮੈਂ ਕਹਿੰਦਾ ਵੀ ਬਹਿਸ ਤਾਂ ਮੈਂ ਕਰਦਾ, ਮੈਨੂੰ ਤਾਂ ਇਹ ਲੱਗਦਾ ਵੀ ਇਹਦੇ ਵਿੱਚ ਸਾਰਾ ਕੁਛ ਕਹੇ ਗੁਰੂ ਸਾਹਿਬ ਨੇ ਇਹਨਾਂ ਦਾ ਪਹਿਰਾ ਦੇਣ ਨੂੰ ਆਖਿਆ, ਦਿੰਦਾ ਕਿ ਨਹੀਂ ਦਿੰਦਾ ਵੱਖਰੀ ਗੱਲ ਹੈ, ਬਿਲਕੁਲ ਉਹ ਸੋਚ ਉਹਦੀ ਹੈ, ਕਿਉਂਕਿ ਆਪਾਂ ਕਿਸੇ ਤੇ ਕੰਪੈਲ ਕਰ ਨਹੀਂ ਸਕਦੇ। ਤੇ ਇਹ ਤਿੰਨੇ ਚੀਜ਼ਾਂ ਦੇ ਵਿੱਚ ਹੈ ਵੀ ਇਹ ਵੀ ਧੱਕਾ ਕਰਨਾ ਹੀ ਕਿਸੇ ਜੇ ਔਰੰਗਜ਼ੇਬ ਧੱਕਾ ਕਰਦਾ ਸੀ ਗੁਰੂ ਸਾਹਿਬ ਨੂੰ ਸਾਰਾ ਪਰਿਵਾਰ ਬਾਰਨਾ ਪਿਆ, ਨਹੀਂ ਕੀ ਲੋੜ ਸੀ, ਸਰਦਾ ਸੀ ਜੇ ਉਹ ਕਹਿੰਦਾ ਠੀਕ ਹੈ ਜੀ ਤੁਸੀਂ ਆਪਦਾ ਸੀ, ਅਸੀਂ ਇਹ ਵੀ ਕਹਿੰਦਾ ਫਿਰ ਵੀ ਗੱਲ ਨਹੀਂ ਸੁਣੀ, ਪਰ ਉਹ ਧੱਕਾ ਕਰਨ ਲੱਗ ਗਿਆ। ਤੇ ਹੁਣ ਜੇ ਆਪਾਂ ਕਹਾਂਗੇ ਵੀ ਧੱਕੇ ਨਾਲ ਰੱਖਣਾ ਜਾਣਾ, ਠੀਕ ਹੈ ਵੀ ਜਦੋਂ ਇੱਕ ਟਾਈਮ ਆਇਆ ਸੀ ਮਤਲਬ ਉਹ ਦੌਰ ਚੱਲਿਆ ਸੀ 84 ਦਾ, ਉਦੋਂ ਭਾਵੇਂ ਧੱਕਾ ਉਹਨਾਂ ਨੇ ਵੀ ਨਹੀਂ ਕੀਤਾ, ਐਵੇਂ ਲੋਕ ਕਹਿੰਦੇ ਧੱਕਾ ਕੀਤਾ, ਖਾੜਕੂ ਬੰਦੇ ਸੀ ਧੱਕਾ ਨਹੀਂ ਸੀ ਕਰਦੇ, ਪਰ ਜਿੱਥੇ ਧੱਕਾ ਹੁੰਦਾ ਸੀ ਉੱਥੇ ਅੜ ਜਾਂਦੇ ਸੀ। ਇਹ ਤਾਂ ਹੋਇਆ ਵੀ ਉੱਥੇ ਮਾਰਨ ਤੱਕ ਪਹੁੰਚ ਜਾਂਦੇ ਸੀ, ਬਿਲਕੁਲ। ਪਰ ਧੱਕਾ ਦਾ ਉਹਨਾਂ ਨੇ ਪੱਗ ਬੰਨ੍ਹਣ ਤੋਂ ਕਿਸੇ ਨੂੰ ਨਹੀਂ ਆਖਿਆ, ਉਹ ਕਹਿੰਦੇ ਸੀ ਜਿਵੇਂ ਰਹਿਣਾ ਰਹਿ, ਪਰ ਆਪਦੇ ਧਰਮ 'ਚ ਪੱਕਾ ਰਹਿ, ਵੀ ਸਾਨੂੰ ਇਹ ਇਤਰਾਜ਼ ਨਹੀਂ, ਤੂੰ ਮੋਨਾ ਰਹਿਣਾ ਮੋਨਾ ਹੀ ਧਰਮ ਅਡਾਪਟ ਕਰ ਲਾ। ਪਰ ਜੇ ਤੂੰ ਖਾਲਸਾ ਬਣਦਾ ਖਾਲਸਾ ਬਣ, ਜੇ ਇਕੱਲਾ ਸਿੱਖ ਬਣਦਾ ਸਿੱਖ ਬਣ ਜਾ ਜੀ, ਕਿਉਂਕਿ ਸਿੱਖ ਤੇ ਖਾਲਸੇ ਕਾਫੀ ਜ਼ਿਆਦਾ ਅੰਤਰ ਹੈ। ਕਈ ਬੰਦੇ ਕਹਿੰਦੇ ਨਹੀਂ ਅੰਤਰ ਨਹੀਂ, ਅੰਤਰ ਤਾਂ ਬਹੁਤ ਜ਼ਿਆਦਾ, ਫਿਰ ਗੁਰੂ ਸਾਹਿਬ ਨੂੰ ਇੰਨਾ ਹੀ ਕੰਮ ਕਰਨ ਦੀ ਲੋੜ ਕੀ ਸੀ, ਬਿਲਕੁਲ। 9 ਪਾਤਸ਼ਾਹਾਂ ਨੇ ਸਿੱਖ ਦੇ ਰੂਪ 'ਚ ਰੱਖ ਲਏ, 10ਵੇਂ ਨੇ ਖਾਲਸਾ ਰੂਪ ਦਿੱਤਾ, ਕੋਈ ਕਾਰਨ ਤੇ ਅਕਸਰ ਜਿਹੜੇ ਪਿੱਛੇ ਰਹਿ ਗਏ 9 ਉਹਨਾਂ ਨੇ ਜਿਹੜਾ ਰੂਪ ਦਿੱਤਾ ਉਹ ਮਾੜਾ ਰੂਪ ਤਾਂ ਉਹਨਾਂ ਨੇ ਵੀ ਦਿੱਤਾ, ਮੁੱਢ ਤਾਂ ਉੱਥੇ ਹੀ ਵੱਜਿਆ। ਜੇ ਉਹਦੇ ਵਿੱਚ ਵੀ ਕੋਈ ਰਹੀ ਜਾਂਦਾ ਮੇਰਾ ਖਿਆਲ ਕੋਈ ਹੋਰ, ਪਰ ਪ੍ਰਪੱਕ ਦਾ ਹੋ ਉੱਥੋਂ ਤੱਕ ਪ੍ਰਪੱਕ ਹੋਏ ਸੀ ਕਿ ਕਦੇ 10ਵੇਂ ਪਾਤਸ਼ਾਹ ਦੀ ਗੱਲ ਨਹੀਂ ਸੁਣ ਸਕਿਆ ਜਾਂ ਉਹ ਕੰਨਾਂ 'ਚ ਪਹੁੰਚਾ ਨਹੀਂ ਸਕਿਆ, ਉਹ ਇੱਕ ਵੱਖਰੀ ਗੱਲ। ਸਿੱਧੂ ਸਾਹਿਬ ਤੁਸੀਂ ਗੱਲ ਕਰੀ ਆ ਪੱਗਾਂ ਦੀ, ਆਪਾਂ ਗੱਲ ਕਰੀ ਆ, ਕਿਤੇ ਨਾ ਕਿਤੇ ਜਾ ਕੇ ਇਹ ਵੀ ਲੱਚਰਪੁਣੇ ਦੇ ਵਿੱਚ ਆਈ ਚੀਜ਼ ਹੈ ਨਾ, ਵੀ ਜਦੋਂ ਲੋਕਾਂ ਨੇ ਲੱਚਰਪੁਣਾ ਸੁਣਿਆ ਤਾਂ ਪੱਗਾਂ ਜਾਂ ਜਿਹੜੀ ਕਾਇਦੇ ਸੀ, ਤੁਸੀਂ ਕਾਇਦਿਆਂ ਦੀ ਗੱਲ ਕਰੀਏ ਵੀ ਕਾਇਦੇ ਇੱਕ ਸਾਈਡ ਤੇ ਰੱਖਦੇ, ਪੱਗਾਂ ਇੱਕ ਸਾਈਡ ਤੇ ਰੱਖਦਿਆਂ ਦਾ ਸੱਭਿਆਚਾਰ, ਉਹ ਲੱਚਰਪੁਣੇ ਦਾ ਕਰਕੇ ਵੀ ਹੋਇਆ ਨਾ ਕਿਤੇ ਨਾ ਕਿਤੇ ਜਾ ਕੇ। ਨਹੀਂ ਕੁਦਰਤੀ ਜਦੋਂ ਜ਼ਿਆਦਾ ਲੱਚਰਤਾ ਅੰਗੇਜ਼ਵਾਦ ਬਾਹਲੀ ਆ ਗਈ ਨਾ ਆਉਣ ਦੇ ਨਾਲ, ਫਿਰ ਜਦੋਂ ਹੁਣ ਭਾਵੇਂ ਉਹ ਇੱਕ ਮੋਨੇ ਸਿਰਾ ਮੁੰਡਾ ਹੀ ਹੁੰਦਾ ਸੀ, ਪਰ ਜੇ ਉਹਦੇ ਮੂੰਹੋਂ ਕਦੇ ਇਹ ਗੱਲ ਨਿਕਲਦੀ ਵੀ ਯਾਰ ਕੋਲੇ ਕੁੜੀਆਂ ਖੜੀਆਂ ਹੁੰਦੀਆਂ ਯਾਰ, ਤੇ ਕੋਈ ਗੱਲ ਹੈ ਯਾਰ ਉਹਨੂੰ ਕੱਪੜੇ ਲਾ ਕੇ ਨੱਚੀ ਜਾਂਦੇ, ਤਾਂ ਉਹ ਦੂਜਾ ਥੋੜਾ ਜਿਹਾ ਉਹਨੂੰ ਟੋਕਦਾ ਸੀ ਵੀ ਇਹ ਕੀਤਾ ਆਪਾਂ ਹੀ, ਆਪਾਂ ਪੱਗਾਂ ਲਾ ਲਿਆ, ਇਹਨੇ ਗੱਲ ਕੱਪੜੇ ਲਾ ਲਏ, ਉਹ ਐ ਤਾਰ ਵੱਜਣ ਲੱਗ ਗਈ, ਸੂਈਆਂ ਵੱਜਣ ਲੱਗ ਗਈਆਂ ਉਹਦੇ ਨਾਲ, ਉਹਨੇ ਚੇਂਜ ਕੀਤਾ ਇਹ ਸਰ, ਬਿਲਕੁਲ। ਮਤਲਬ ਹੌਲੀ ਹੌਲੀ ਇੱਕ ਇਹ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਇੱਕ ਤਾਂ ਲੱਚਰਤਾ ਹੋ ਗਈ, ਇੱਕ ਦੌਰ ਆਇਆ ਨਾ ਜਦੋਂ ਲੋਕਾਂ ਨੇ ਮੁੜ ਕੇ ਇਤਿਹਾਸ ਫਰੋਲਣਾ ਸ਼ੁਰੂ ਕਰਤਾ, ਪਹਿਲਾਂ ਇਤਿਹਾਸ ਹੀ ਬੰਦ ਕਰਤਾ ਸੀ, ਇਤਿਹਾਸ ਨੂੰ ਭੁੱਲਦੇ ਜਾ ਰਹੇ ਸੀ। ਹੁਣ ਤੁਸੀਂ ਦੇਖੋ ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਇਤਿਹਾਸ ਕੀ ਹੈ ਜੀ, ਪਰ ਜਮਾ ਵੀ ਨਾ ਪਤਾ ਸੀ, ਹੁਣ ਕਾਫੀ ਹੱਦ ਤੱਕ ਪਤਾ ਲੋਕਾਂ ਨੂੰ, ਬਿਲਕੁਲ। ਭਾਵੇਂ ਅੱਜ ਸੋਸ਼ਲ ਮੀਡੀਆ ਦਾ ਕਾਫੀ ਦੇਣ ਇਹਦੇ ਵਿੱਚ, ਸੁਬਾਹ ਸ਼ਾਮ ਗੁਰਬਾਣੀ ਦੱਸਣੀ, ਗੱਲਾਂ ਦੱਸਣਾ, ਇਤਿਹਾਸ ਦੱਸਣਾ ਵਧੀਆ ਆ ਰਿਹਾ। ਚਲੋ ਜੇ ਉਹ ਜ਼ਿਆਦਾ ਨਹੀਂ ਫਰੋਲਦੇ, ਥੋੜਾ ਥੋੜਾ ਤਾਂ ਫਰੋਲਦੇ, ਬਿਲਕੁਲ। ਹੁਣ ਪੱਗਾਂ ਦੀ ਗੱਲ ਹੈ, ਕਈ ਵਾਰੀ ਪੱਗਾਂ ਦੀਆਂ ਫੋਟੋਆਂ ਪਾ ਕੇ ਐ ਜਚਾ ਕੇ ਸਰਦਾਰ ਖੜੇ ਹੁੰਦੇ, ਉੱਤੇ ਲਿਖਿਆ ਹੁੰਦਾ ਹੁਣ ਬਾਈ ਕੋਈ ਸ਼ੇਅਰ ਕਰੂਗਾ ਤਾਂ ਉਹਦੇ ਹਿੱਟ ਤਾਂ ਕਰਦਾ ਨਾ, ਜਿਹੜਾ ਮੋਨਾ ਬੰਦਾ ਜਾਂ ਨਹੀਂ ਹੋਣਾ ਉਹਦੇ ਹਿੱਟ ਤਾਂ ਕਰਦੀ ਨਾ ਗੱਲ, ਜਦੋਂ ਬਾਰ-ਬਾਰ ਹੋਏਗਾ ਕਹਿੰਦਾ ਉਹਦਾ ਕਈ ਵਾਰ ਜੀਵ ਕਰਦਾ ਯਾਰ ਮੈਂ ਵੀ ਐਂ ਬਣਾ ਤਾਂ ਐਂ ਸੋਹਣਾ ਲੱਗਾ, ਇਹ ਚੇਂਜ ਆਈ ਹੈ, ਬਿਲਕੁਲ। ਅੱਗੇ ਆਪਾਂ ਇਹ ਗੱਲ ਕਰੀਏ ਤਾਂ ਅੱਗੇ ਕੀ ਕੁਝ ਦੇਖਿਆ ਤੁਸੀਂ ਜ਼ਿੰਦਗੀ ਦੇ ਵਿੱਚ, ਕੋਈ ਇਹੀ ਘਟਨਾ ਹੋਈ ਹੋਵੇ ਜਿਹੜੀ ਤੁਹਾਡੇ ਬਿਲਕੁਲ ਕਰੀਬ ਹੋਵੇ, ਕਿਸ ਸਬੰਧ ਮਤਲਬ ਮਲਵਈ ਗਿੱਧੇ ਦੇ ਵਿੱਚ ਹੋਈ ਹੋਵੇ ਜਾਂ ਕਿਤੇ ਬੋਲੀਆਂ ਪਾਉਂਦੇ ਹੋਵੋ ਵਿਆਹ ਦੇ ਵਿੱਚ, ਕੋਈ ਅਜਿਹੀ ਘਟਨਾ ਹੋਈ ਹੋਵੇ? ਨਹੀਂ ਦੇਖੋ, ਜਿੱਥੋਂ ਤੱਕ ਦਾ ਘਟਨਾ ਦਾ ਸਵਾਲ ਹੈ ਵੀ ਕਿਸੇ ਕਿਸਮ ਦੀ ਘਟਨਾ ਸਾਡੇ ਨਾਲ ਇਹ ਨਹੀਂ ਵਾਪਰੀ, ਕਿਉਂਕਿ
ਬੱਚਿਆਂ ਨੂੰ ਮੂਹਰਿਆਂ ਨੂੰ ਪਰਿਵਾਰ ਨੂੰ ਆਪਦਾ ਪਰਿਵਾਰ ਰੱਖ ਕੇ ਚੱਲਣਾ, ਉੱਥੇ ਘਟਨਾ ਦਾ ਹੋ ਨਹੀਂ ਸਕਦਾ। ਜਿੱਥੋਂ ਤੱਕ ਕੁਛ ਗੱਲਾਂ ਰੌਚਕ ਵੀ ਵਾਪਰ ਜਾਂਦੇ ਨੇ ਤੇ ਉਹ ਯਾਦ ਬਣ ਜਾਂਦੀ ਹੈ। ਉਹ ਹੁਣ ਕੀ ਹੈ, ਜਿਵੇਂ ਮੈਂ ਪੂਰਬ ਭਗਤ ਵਾਲੀ ਗੱਲ ਕਰਕੇ ਰਹੇ, ਬਿਲਕੁਲ ਅਸੀਂ ਰਾਮਪੁਰਾ ਪਿੰਡ ਆਪਣੇ ਨਾਲ ਹੀ, ਰਾਮਪੁਰੇ ਪਿੰਡ ਜਾ ਵੜੇ। ਗਿੱਧਾ ਪਾਉਣ ਤੋਂ ਪਹਿਲਾਂ ਜਦੋਂ ਪਤਾ ਲੱਗਾ ਵੀ ਗਿੱਧਾ ਪੂ ਤੇ ਇੱਕ ਬਜ਼ੁਰਗ ਆਇਆ ਕਾਫੀ ਉਮਰ ਦਾ, ਉਹ 65 ਸਾਲ ਦਾ, ਆ ਕੇ ਬਈ ਗਿੱਧੇ ਵਾਲੇ ਕਿਹੜੇ ਹੈ ਜੀ। ਆਮ ਤੌਰ ਤੇ ਗੱਲਬਾਤ ਨੂੰ ਮੈਂ ਪੂਰੇ ਆਉਣਾ ਸੀ ਕਿਉਂਕਿ ਸਟੇਜ ਸਾਹਮਣੇ ਸੀ, ਮੇਰੀ ਉਮਰ ਹੁੰਦੀ ਸੀ। ਮੈਂ ਜਾ ਵੜਿਆ, ਉਰੇ ਆ ਮੇਰੇ ਕੋਲ, ਕਹਿੰਦਾ ਭਾਈ ਤੁਸੀਂ ਗਿੱਧਾ ਨਾ ਪਾਇਓ ਉੱਥੇ। ਮੈਂ ਕਿਹਾ ਜੀ ਕੀ ਕਾਰਨ, ਕਿਉਂ? ਕਹਿੰਦਾ ਗੋਲੀ ਚੱਲ ਜੂ, ਬੰਦੇ ਮਰ ਜਾਣਗੇ। ਮੈਂ ਕਿਹਾ ਜੀ ਵੀ ਜੇ ਤਾਂ ਉਹੀ ਕੋਈ ਮਰਨ ਨੂੰ ਤਿਆਰ ਬੈਠਾ ਤਾਂ ਕਹਿੰਦੇ ਸੀ ਗਿੱਧੇ ਕਰਕੇ ਤਾਂ ਨਹੀਂ ਮਰਦਾ। ਕਹਿੰਦਾ ਗਿੱਧਾ ਪੈ ਗਿਆ ਤੇ ਉੱਥੇ ਲੜਾਈ ਨਾ ਹੋਈ, ਇਹ ਕਿਵੇਂ ਹੋ ਸਕਦਾ? ਉਹਦਾ ਆਪਦੀ ਜ਼ਿੰਦਗੀ ਦਾ ਕੋਈ ਨਿਚੋੜ ਸੀ, ਬਿਲਕੁਲ ਸਾਡਾ ਆਪਦਾ ਸੀ ਵੀ ਅਸੀਂ ਲੜਾਈ ਹੋਣ ਨਹੀਂ ਦਿੱਤੀ, ਅਸੀਂ ਤਾਂ ਲੜਾਈ ਰੋਕ ਦਿੰਦੇ ਜੇ ਹੋਵੇ ਤਾਂ। ਚਲੋ ਮੈਂ ਆਖਿਆ ਵੀ ਬਜ਼ੁਰਗੋ ਐਂ ਕਰੋ ਵੀ ਗਿੱਧਾ ਅਸੀਂ ਪਾਉਣ ਲੱਗ ਰਿਹਾ ਅੱਧੇ ਕੁ ਘੰਟੇ ਨੂੰ, ਤੇਰਾ ਘਰ ਕਿੰਨੀ ਕੁ ਵਾਰ ਹੈ, ਜੇ ਦੂਰ ਹੈ ਤਾਂ ਨੇੜੇ ਕਿਤੇ ਬਹਿ ਜਾ। ਮੈਨੂੰ ਕਹਿੰਦਾ ਉਹ ਸਾਹਮਣੇ ਸਾਡਾ ਘਰ। ਮੈਂ ਕਿਹਾ ਮੰਜਾ ਉੱਤੇ ਡਾਲਾ। ਬਿਲਕੁਲ ਜੇ ਤਾਂ ਲੜਾਈ ਹੋ ਗਈ, ਛਿੱਤਰ ਛੁੱਤਰ ਸਾਡੇ ਅੱਜ ਵੀ ਪੈ ਜਾਣਗੇ, ਤੇ ਕੱਲ ਨੂੰ ਮੈਂ ਵੇਲਾ ਕੁਵੇਲਾ ਕਰਕੇ ਤੇਰੇ ਘਰੇ ਛਿੱਤਰ ਖਾ ਲੂੰਗਾ। ਤੇ ਜੇ ਭਾਈ ਲੜਾਈ ਨਾ ਹੋਈ, ਖਾੜਾ ਜਚਿਆ ਹੋਇਆ, ਫਿਰ ਤੂੰ ਉਤਰ ਕੇ ਆ ਜੀ। ਹਾਸੇ ਪੈ ਗਿਆ, ਕੋਈ ਨਹੀਂ ਦੇਖ ਲੈਣਾ। ਬਿਲਕੁਲ ਅਸੀਂ ਰਾਏ ਕੀਤੀ ਦੋਨਾਂ ਨੇ, ਮੈਂ ਕਿਹਾ ਇਹ ਪੂਰਨ ਹੋ ਜੇ, ਹੋਰ ਨਹੀਂ ਹੁਣ ਇੱਥੇ ਚੱਲਦਾ, ਕਿਉਂਕਿ ਪਤਾ ਵੀ ਪਿੰਡ ਦੇ ਵਿੱਚ ਲੜਾਈ ਹੁੰਦੀ ਹੈ। ਪੂਰਨ ਵੀ ਮੂਹਰੇ ਬੋਲ ਕੇ ਇਹ ਤੋਂ ਬਾਅਦ ਇਸ਼ਰਾ ਇਹ ਐਂ ਕਹਿੰਦੀ ਐ ਜਿਵੇਂ ਕੋਈ ਇਸ਼ਰ ਕਰ ਦਿੰਦੇ। ਬਿਲਕੁਲ ਐਂ ਬੋਲ ਕੇ ਜਿਉਂ ਚੱਲਿਆ ਸਾਡਾ ਪੂਰਨ ਭਗਤ, ਤੇ ਅਸੀਂ 1-1:30 ਵਜੇ ਹਟੇ ਹੋਵਾਂਗੇ, ਤੇ ਬਾਬਾ ਉਹੀ ਗੱਲ ਪੌਣੇ ਘੰਟੇ ਬਾਅਦ ਖੜਾ ਸੀ, 10 ਦਾ ਨੋਟ ਲਈ ਉਹਦੇ ਆ ਫੜ, ਬਕਾਇਦਾ ਹੀ ਗੱਲ ਹੈ। ਵੀ ਹੁਣ ਸਾਡੇ ਵਾਸਤੇ ਵੀ ਘਟਨਾ ਉਹ, ਤੇ ਰਾਮਪੁਰੇ ਪਿੰਡ ਵਾਸਤੇ ਵੀ ਘਟਨਾ। ਬਿਲਕੁਲ ਮਤਲਬ ਇਹੋ ਜਿਹੀ ਗੱਲਾਂ ਤਾਂ ਹੋਈਆਂ ਜੀ, ਪਰ ਜੇ ਆਪਾਂ ਕੋਈ ਉਹ ਹੈ ਜ਼ਿਆਦਾ ਤਾਂ ਬਹੁਤ ਬਣਦੀਆਂ, ਹੱਸਣ ਖੇਡਣ ਬਣ ਜਾਂਦੀਆਂ ਜੀ। ਤੇ ਮੈਨੂੰ ਲੱਗਦਾ ਜੇ 5-10 ਦਿਨ ਬੋਲੀ ਜਾ ਕੇ ਕਿਤੇ ਮਸਾਂ ਹੀ ਲਿਖਣਾ ਜਾਣਾ। ਸਿੱਧੂ ਸਾਹਿਬ ਜਾਂਦੇ ਜਾਂਦੇ ਫਿਰ 2000 ਬੋਲੀਆਂ ਹੋ ਜਾਣ, ਬੋਲੀਆਂ ਆਪਾਂ ਹੋਰ ਕਰਦੇ ਹਾਂ, ਇੱਥੇ ਕਿਹੜਾ ਕੋਈ ਜਿਵੇਂ ਕਹਿੰਦਾ ਤੋੜਾ ਹੁੰਦਾ ਨਹੀਂ, ਆਪਾਂ ਇਹਦੇ 'ਚ ਕਰਦੇ ਹਾਂ ਜਿਵੇਂ ਲਾਈਨ ਵੀ ਦੋ ਬੋਲੀਆਂ ਪਹਿਲਾਂ ਮਾੜਾ ਜਿਹਾ ਦੱਸ ਕੇ ਵੀ ਕਈ ਵਾਰੀ ਕੀ ਹੁੰਦਾ, ਮਾਮੀ ਜਾਂ ਮਾਸੀ ਨੱਚਦੀਆਂ ਨਹੀਂ ਸੀ, ਤੇ ਫਿਰ ਹੁਣ ਅਸੀਂ ਨਚਾਉਣਾ ਵੀ ਜ਼ਰੂਰ ਹੁੰਦਾ ਸੀ ਵੀ ਨਾਨਕਾ ਮੇਲ ਹੋਵੇ, ਨੱਚੇ ਨਾ। ਤੇ ਆਮ ਤੌਰ ਤੇ ਫਿਰ ਅਸੀਂ ਬੋਲੀ ਪਾਉਂਦੇ, ਹੋ ਰਾਈ ਰਾਹੀ ਰਾਈ ਤੂੰ ਮੁੰਡੇ ਦੀ ਮਾਮੀ ਬਣ ਕੇ, ਕਈ ਵਾਰੀ ਮਾਸੀ ਬਣ ਕੇ, ਤੂੰ ਮੁੰਡੇ ਦੀ ਮਾਮੀ ਬਣ ਕੇ ਵਿਆਹ ਦੇਖਣ ਨੂੰ ਆਈ, 3 ਦਿਨ ਹੋ ਗਏ ਵਿਹਲੀ ਬੈਠੀ, ਨਹੀਂ ਕੰਮ ਕਿਸੇ ਨਾ ਲਾਈ, ਲੱਡੂ ਖਾ ਖਾ ਚੜ ਗਈ ਨੇਸਤੀ, ਵੀ ਤੂੰ ਦੱਸਦੀ ਤਾਂ ਹੈ ਹੋ ਲੱਡੂ ਖਾ ਖਾ ਚੜ ਗਈ ਨੇਸਤੀ, ਵੱਧ ਗਈ ਦੂਣ ਸਵਾਈ, ਨੀ ਤੈ ਮਠਿਆਈ ਦੀ ਕੋਠੀ ਭਰੀ ਮਕਾਹੀ, ਤੈ ਮਠਿਆਈ ਨਾਲੇ ਹਾਸਾ ਮਖੌਲ ਹੋ ਜਾਂਦਾ ਸੀ ਨਾਲੇ, ਮਤਲਬ ਬਿਲਕੁਲ। ਬਾਕੀ ਜਿੱਥੋਂ ਤੱਕ ਸੀਗਾ ਵੀ ਆਪਾਂ ਲਾਸਟ ਤੇ ਪਹੁੰਚਾ, ਉਹਦਾ ਆਪਾਂ ਛੜੇ ਦੀ ਗੱਲ ਕੀਤੀ ਸੀ, ਕਈ ਵਾਰੀ ਆ ਜਾਂਦੀ ਗੱਲ, ਤਾਂ ਉਹਦੇ ਵਿੱਚ ਵੀ ਸਾਡੇ ਇਹ ਨਹੀਂ ਸੀ ਵੀ ਛੜੇ ਦੇ ਵਿੱਚ ਬਾਹਲੀ ਕੋਈ ਲੱਚਰਤਾ ਦਿਖਾਈ ਦਿੰਦੀ ਸੀ, ਬੋਲੀ ਛੜੇ ਦੇ ਨਾਲ ਹੀ ਪਾਉਣੀ ਪੈਂਦੀ ਸੀ, ਕਿਉਂਕਿ ਛੜੇ ਮੁੰਡੇ ਕਈ ਵਾਰ ਤਾਂ ਦਿਓਰ ਭਾਬੀ ਨਹੀਂ ਪਾਉਂਦੇ, ਨਹੀਂ ਸਾਥਾਂ ਦਾ ਸੀ, ਉਹ ਤਾਂ ਹੁੰਦੇ ਵੀ ਜ਼ਿਆਦਾ ਹੋਣੇ ਹੈਗੇ, ਜ਼ਿਆਦਾ ਹੁੰਦੇ ਸੀ। ਪਰ ਜੇ ਦਿਓਰ ਦੀ ਬੋਲੀ ਪਾਦੀ, ਭਰਜਾਈ ਨੂੰ ਕੋਈ ਗੱਲ ਕਹਿ ਕੇ, ਤੇ ਬਸ ਉਹ ਛੜੇ ਵੀ ਵਿੱਚ ਹੀ ਆ ਜਾਂਦੇ ਸੀ। ਪਰ ਫਿਰ ਵੀ ਭਾਈ ਯਾਰ ਨਾਲ ਦੀ ਤਾਂ ਪਾ ਦੇ, ਕਈ ਵਾਰੀ ਐ ਕਹਿੰਦੇ ਨੇ, ਫਿਰ ਉਹੀ ਸੁਣਾਉਣੀ ਪੈਂਦੀ ਸੀ, ਹੋ ਛੜਾ ਛੜਾ ਨਾ ਕਰਿਆ ਕਰਨੀ, ਵੇਖ ਛੜੇ ਨਾ ਲਾ ਕੇ, ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ, ਨੀ ਧੁਰ ਕੜਛੀ ਤੋਂ ਲਾ ਕੇ ਬਹਿ ਜੀ ਪੀੜੇ ਤੇ, ਲਾਲ ਗਲਾਰਾ ਪਾ ਕੇ ਨੀ ਬਹਿ ਜੀ। ਦੇਖੋ ਗੱਲ ਕੁਛ ਨਹੀਂ ਵੀ ਇਹ ਗੱਲ ਛੜਾ ਆਦਮੀ ਹੈ, ਉਹਨੇ ਵਿਆਹ ਕਰਾਉਣਾ, ਕਹਿ ਸਕਦਾ ਕਿਸੇ ਜੀ, ਸਿੰਪਲ ਗੱਲ ਕਰੀਏ, ਕੋਈ ਨਗੇਜਵਾਦ ਇਹਦੇ 'ਚ ਵੀ ਆਉਣਾ, ਬਿਲਕੁਲ ਨਾ ਉਹ ਛੜਿਆਂ ਦੀ ਗੱਲ ਹੋ। ਬਿਲਕੁਲ ਤੇ ਆਮ ਸਾਨੂੰ ਜਿਵੇਂ ਹੁਣ ਆਪਾਂ ਵੀ ਇੱਧਰੋਂ ਸਮਾਪਤੀ ਵੱਲ ਵੱਧ ਰਹੇ, ਤੇ ਆਮ ਹੀ ਕਹਿੰਦੇ ਸੀ ਬਾਈ ਕਾਰਡ ਦੇ ਜੋ, ਐਡਰੈਸ ਦੇ ਜੋ, ਭਾਵੇਂ ਅਸੀਂ ਛਪਾਏ ਸੀ, ਪਰ ਅਸੀਂ ਕਹਿੰਦੇ ਸੀ ਬਾਈ ਕਾਰਡ ਯਾਰ ਛਪਾਇਆ ਨਹੀਂ, ਅਨਪੜ੍ਹ ਜਿਹੇ ਬੰਦੇ ਆ। ਇੱਕ ਲੰਮੀ ਹੇਕ ਵਾਲੀਆਂ ਬੋਲੀਆਂ ਆਉਂਦੀਆਂ, ਲੰਮੀ ਹੇਕ ਤੋਂ ਲੰਮੀਆਂ ਬੋਲੀਆਂ ਜਿਹੜੀਆਂ ਪਾਉਂਦੇ ਹੁੰਦੇ ਸੀ ਤੁਸੀਂ, ਜ਼ਿਆਦਾ ਲੰਮੀਆਂ। ਹਾਂ ਉਹ ਮੈਂ ਇਹ ਨਹੀਂ ਪਤਾ ਪਿਛਲੀ ਵਾਰ ਸੁਣਾਤੀ ਕਿ ਨਹੀਂ, ਚਲੋ ਆਪਾਂ ਫਿਰ ਉਹੀ ਤਾਂ ਰਿਪੀਟ ਹੋ ਜੂ। ਉਹ 'ਚ ਹੁੰਦਾ ਸੀ ਵੀ
ਬੋਲੀ ਲੰਮੀ ਜਾਂਦੀ ਉਹਦਾ ਤੰਦ ਨਾਲ ਤੰਦ ਜੁੜੇ ਜਾਂਦਾ ਤੇ ਤੋੜਾ ਕਿਤੇ ਹੋਰ ਝਾੜ ਦਿੰਦੇ। ਆਮ ਤੌਰ ਤੇ ਕੀ ਹੁੰਦਾ ਜੀ ਮਲਵਈ ਗਿੱਧੇ ਦੀਆਂ ਬੋਲੀਆਂ ਦੇ ਵਿੱਚ ਜ਼ਿਆਦਾ ਕੀ ਹੁੰਦਾ ਵੀ ਕੋਈ ਗੱਲ ਕਰੀ ਜਾਂਦੇ ਕਰਕੇ ਤੋੜਾ ਝਾੜਨ ਵੇਲੇ ਮਤਲਬ ਜਿਵੇਂ ਦਿਓਰ ਨੇ ਭਰਜਾਈ ਦੇ ਝਾੜਦਾ ਜੀਜੇ ਨੇ ਸਾਈ ਦੇ ਕੁੜੀਆਂ ਦੇ ਤੋੜ ਝਾੜਦਾ ਜ਼ਿਆਦਾ ਤੇ ਮਤਲਬ ਉਸ ਟਾਈਪ ਦਾ ਸੀ ਜੀ। ਉਹ ਕਹਿੰਦੇ ਸੀ ਹੋ ਕਾਲਿਆ ਹਰਨਾ ਭਾਗੀ ਚਰਨਾ ਤੇਰੇ ਸਿੰਘਾਂ ਤੇ ਕੀ ਕੁਝ ਲਿਖਿਆ ਬਈ ਤਿੱਤਰ ਤੇ ਮਗਰਾਂਗਾ ਅੱਗੇ ਤਾਂ ਟੱਪਦਾ ਸੀ ਕੰਧਾਂ ਕੋਠੇ ਹੁਣ ਨਹੀਂ ਟੱਪੀ ਦੀਆਂ ਉਹ ਖਾਈਆਂ ਖਾਈ ਟੱਪਦੇ ਦੇ ਵੱਜ ਗਿਆ ਕੰਡਾ ਤੇ ਮੇ ਰਾਮ ਦੁਹਾਈਆਂ ਤੇ ਮਾਸ ਮਾਸ ਤੇਰਾ ਕੁੱਤਿਆਂ ਨੇ ਖਾ ਲਿਆ ਹੱਡੀਆਂ ਰੇਤ ਰਲਾਈਆਂ ਚੁਣ ਚੁਣ ਹੱਡੀਆਂ ਗੱਡਾ ਭਰ ਲਿਆ ਤੇ ਧੌਲਾ ਬਲਦ ਜਿਹੜਾ ਆਇਆ ਉਹਦੀ ਢਾਬ ਤੇ ਗੰਦਲਾ ਪਾਣੀ ਪਰਲੀ ਢਾਬ ਤੋਂ ਪਿਆ ਧੌਲੇ ਬਲਦ ਨੇ ਪਾਈ ਨਹੀਂ ਪੂਰੀ ਫੇਰ ਵੀ ਨਹੀਂ ਪੂਰੀ ਤੇ ਸਲਗਾ ਮਾਰ ਉਠਾਇਆ ਇੱਕ ਜੱਟ ਦੀ ਸਲਗ ਟੁੱਟ ਗਈ 900 ਕਿੱਲ ਜੜਾਇਆ 900 ਕਿੱਲ ਨੇ ਫੇਰ ਨਾ ਪਾਈ ਪੂਰੀ ਕਹਿੰਦਾ ਬੱਗਾ ਸ਼ੇਰ ਮੰਗਾਇਆ ਬੱਗੇ ਸ਼ੇਰ ਨੇ ਮਾਰੀ ਤੁਰਲੀ ਤੇ ਨਾਭਾ ਕੋਟ ਟਪਾਇਆ ਨਾਭੇ ਕੋਟ ਦੀਆਂ ਕੁੜੀਆਂ ਕਿਹੜੀਆਂ ਹੈ ਧਨ ਬੇਗੂ ਦਾ ਜਾਇਆ ਸੁਰਮਾ ਪੰਜ ਰਤੀਆਂ ਕਿਹੜੇ ਸ਼ੌਕ ਨੂੰ ਪਾਇਆ ਜਾ ਕੇ ਸੁਰਮਾ ਪੰਜ ਰਤੀਆਂ ਸ਼ਾਮੋ ਨਾਰ ਨੇ ਪਾ ਜਾਣ ਕੇ ਚੌੜ ਕਰਨੇ ਮਾਰੇ ਆਪਾਂ ਉਦੋਂ ਨੂੰ ਢਾਲਦੇ ਸੀ ਬਿਲਕੁਲ ਵੀ ਜੀ ਬੋਲੀਆਂ ਦੀ ਵੀ ਹੈਸੀਅਤ ਹੀ ਹੁੰਦੀ ਸੀ ਜੀ। ਜਿਵੇਂ ਤੁਸੀਂ ਕਿਹਾ ਇੱਕ ਲਾਸਟ ਬੋਲੀ ਆਪਾਂ ਪਾਉਣੇ ਹੁਣ ਵੀ ਉਹ ਕਹਿੰਦੇ ਕਾਰਡ ਦੇ ਤੇ ਅਸੀਂ ਕਹਿੰਦੇ ਭਰਾਵਾ ਬੋਲਣ ਲੱਗਿਆ ਬੋਲੀ ਚ ਲਿਖ ਲਿਓ ਜੇ ਲਿਖਿਆ ਗਿਆ ਵੀ ਕਿੱਥੇ ਰਹਿੰਦੇ ਅਸੀਂ ਨਾਂ ਲਿਖਿਆ ਜਾਂਦਾ ਫੇਰ ਬਸ ਲਿਖਿਆ ਜਾਵੇ ਮੁੜ ਕੇ ਦਾ ਕਾਰਡ ਵੰਡ ਦਿੰਦੇ ਸੀ ਮੁੜ ਕੇ ਕਾਰਡ ਵੰਡ ਦਿੰਦੇ ਸੀ ਕਿਹੜਾ ਆਪਦੇ ਪਿੰਡ ਦਾ ਐਡਰੈਸ ਦੱਸਣ ਦੀ ਖਾਤਰ ਆਮ ਹੀ ਉਹ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣਿਆ ਪਿੰਡ ਕਲਿਆਣਾ ਖਾਸ ਪਿੰਡ ਚੋਂ ਡਾਕ ਤੋਰਦੇ ਬਈ ਥਾਣਾ ਲੱਗੇ ਨਥਾਣਾ ਬਾਈਏ ਦੇ ਮੁੰਡੇ ਪਾਉਂਦੇ ਬੋਲੀਆਂ ਆ ਸਿੱਧੂ ਗੋਤ ਪਰਾਣਾ ਡੂੰਗ ਸਮੁੰਦਰਾਂ ਦੀ ਕੀ ਜਾਣੇ ਅਣਜਾਣਾ ਡੂੰਗ ਸਮੁੰਦਰਾਂ ਦੀ ਕੀ ਜਾਣੇ ਅਣਜਾਣਾ ਡੂੰਗ ਸਮੁੰਦਰਾਂ ਦੀ ਜਾਣੀ ਦੇ ਏ ਹਾ ਜੀ। ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਸਾਡੇ ਨਾਲ ਉਸਤਾਦ ਗੁਰਨਾਮ ਸਿੰਘ ਸਿੱਧੂ ਜਿਹੜੇ ਕਿ ਪਿੰਡ ਕਲਿਆਣ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੀਆਂ ਕੁ ਟੀਮਾਂ ਤਿਆਰ ਕਰ ਚੁੱਕੇ ਨੇ ਮਲਵਈ ਗਿੱਧੇ ਦੀਆਂ ਤੇ ਤੁਹਾਨੂੰ ਅੱਜ ਰੂਬਰੂ ਕਰਵਾਇਆ। ਇਸੇ ਤਰ੍ਹਾਂ ਪੁਰਾਣੇ ਸੱਭਿਆਚਾਰ ਜਿਹੜਾ ਸੰਭਾਲ ਕੇ ਰੱਖਿਆ ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਰਵਾਂਗੇ। ਜੁੜੇ ਰਹੋ ਸਰਖਾਬ ਟੀਵੀ ਦੇ ਨਾਲ। ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ। ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ ਜੀ।